ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਔਨ ਯੂਐਸ ਇਮੀਗ੍ਰੇਸ਼ਨ। ਇਹਦੇ ਵਿੱਚ ਜਿੱਥੇ ਅਸੀਂ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਖਬਰਾਂ ਉਹਨਾਂ ਬਾਰੇ ਗੱਲ ਕਰਦੇ ਹਾਂ, ਉਹਦੇ ਨਾਲ ਹੀ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਹੈ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸਾਰਿਆਂ ਤੋਂ ਜਿਹੜੀ ਆਪਾਂ ਅੱਜ ਇੰਪੋਰਟੈਂਟ ਗੱਲ ਕਰਨੀ ਆ ਉਹ ਇਹ ਕਰਨੀ ਆ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਟਾਈਟਲ 42 ਐਂਡ ਹੋ ਗਿਆ ਸੀ। ਪਿਛਲੀ ਵੀਡੀਓ ਦੇ ਵਿੱਚ ਆਪਾਂ ਦੱਸਿਆ ਕਿ ਹੁਣ ਜਿਹੜੀ ਨਵੀਂ ਨੀਤੀ ਲਾਗੂ ਹੋਈ ਆ ਤੇ ਇਹਦੇ ਖਿਲਾਫ 2 ਲਾਅ ਸੂਟ ਵੀ ਫਾਈਲ ਹੋਏ ਆ। ਜਿਹੜਾ ਪਹਿਲਾ ਲਾਅ ਸੂਟ ਆ ਉਹ ਫਲੋਰੀਡਾ ਦੇ ਵਿੱਚ ਕੀਤਾ ਗਿਆ, ਫਲੋਰੀਡਾ ਦੇ ਅਟਾਰਨੀ ਜਨਰਲ ਦੁਆਰਾ, ਤੇ ਦੂਜਾ ਲਾਅ ਸੂਟ ਜਿਹੜਾ ਉਹ ਕੈਲੀਫੋਰਨੀਆ ਦੇ ਵਿੱਚ ਕੀਤਾ ਗਿਆ, ਯੂਨਾਈਟਿਡ ਸਟੇਟਸ ਡਿਸਟ੍ਰਿਕਟ ਕੋਰਟ ਫॉर ਨਾਰਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ACLU ਵੱਲੋਂ। ਸੋ ਜਿਹੜਾ ਪਹਿਲਾ ਲਾਅ ਸੂਟ ਆ ਫਲੋਰੀਡਾ ਵਾਲਾ, ਉਹ ਇਹ ਕਹਿ ਰਿਹਾ ਕਿ ਜਿਹੜੇ ਬੰਦਿਆਂ ਨੂੰ ਐਂਟਰੀ ਦੇ ਰਹੇ ਨੇ ਰੋਜ਼ ਉਹ ਗਲਤ ਆ, ਇਲੀਗਲ ਆ, ਤੇ ਉੱਤੇ ਜੱਜ ਨੇ 2 ਵੀਕ ਦੀ ਸਟੇ ਵੀ ਦੇ ਦਿੱਤੀ ਆ। ਦੂਸਰਾ ਜਿਹੜਾ ਲਾਅ ਸੂਟ ਆ ਉਹ ਟ੍ਰਾਂਜ਼ਿਟ ਬੈਨ ਬਾਰੇ ਆ, ਜਿਹੜੀ ਕਿ ਨਵੀਂ ਨੀਤੀ ਹੈ। ਇਹਦਾ ਇੱਕ ਹਿੱਸਾ ਆ ਕਿ ਜੇ ਤੁਸੀਂ ਕਿਸੇ ਹੋਰ ਮੁਲਕ 'ਚੋਂ ਲੰਘ ਕੇ ਆ ਰਹੇ ਹੋ, ਜਿਵੇਂ ਮੈਕਸੀਕੋ ਤੋਂ ਜਾਂ ਹੋਰਾਂ ਕੰਟਰੀਆਂ ਤੋਂ, ਪਹਿਲਾਂ ਉੱਥੇ ਅਸਾਈਲਮ ਅਪਲਾਈ ਕਰੋ ਤੇ ਤੁਸੀਂ ਸਿੱਧਾ ਆ ਕੇ ਅਸਾਈਲਮ ਅਪਲਾਈ ਨਹੀਂ ਕਰ ਸਕਦੇ। ਉਹਦੇ 'ਚ ਕੁਝ ਐਕਸੈਪਸ਼ਨਸ ਹੈਗੀਆਂ ਨੇ ਤੇ ਉਹਦੇ ਖਿਲਾਫ ਉਹਨਾਂ ਨੇ ਕੀਤਾ ਕਿ ਇਹ ਇਲੀਗਲ ਹੈ, ਅਨਕਨਸਟੀਟਿਊਸ਼ਨਲ ਹੈ, ਤੇ ਇਹ ਜਿਹੜਾ ਟ੍ਰਾਂਜ਼ਿਟ ਬੈਨ ਹੈ ਜਾਂ ਥਰਡ ਕੰਟਰੀ ਬੈਨ ਇਹ ਨਹੀਂ ਹੋਣਾ ਚਾਹੀਦਾ, ਤੇ ਇਹ ਤੁਸੀਂ ਰਿਸਟ੍ਰਿਕਸ਼ਨ ਨਹੀਂ ਲੱਗਣੀ ਚਾਹੀਦੀ ਕਿ ਬੰਦਾ ਕਿਸੇ ਹੋਰ ਕੰਟਰੀ 'ਚ ਪਹਿਲਾਂ ਅਪਲਾਈ ਕਰੇ ਫਿਰ ਇੱਥੇ ਆਵੇ। ਹੁਣ ਜਿਹੜੀ ਨਵੀਂ ਅਸਾਈਲਮ ਨੀਤੀ ਆ ਬਾਈਡਨ ਦੀ, ਜਿਹੜੇ ਕਿ ਖਾਸ ਕਰਕੇ ਬਾਰਡਰ ਤੋਂ ਆਉਂਦੇ ਆ, ਇਹਦੇ ਕਿਹੜੇ ਉਹ ਸਟੈਪ ਨੇ ਉਹਦੇ ਬਾਰੇ ਆਪਾਂ ਡਿਟੇਲ 'ਚ ਗੱਲ ਕਰਨੀ ਆ। ਬੜੀ ਇੰਪੋਰਟੈਂਟ ਵੀਡੀਓ ਆ ਤੇ ਤਾਂ ਕਿ ਤੁਹਾਨੂੰ ਜਾਣਕਾਰੀ ਜਿਹੜੀ ਆ ਉਹ ਮਿਲ ਸਕੇ ਕਿ ਅਸਾਈਲਮ ਹੁਣ ਕਿਵੇਂ ਅਪਲਾਈ ਹੋਊਗਾ ਜਿਹੜੇ ਕਿ ਬਾਰਡਰ ਤੋਂ ਆਇਆ ਕਰਨਗੇ। ਇਹਦੇ ਜਿਹੜੇ ਆ ਉਹ 15 ਸਟੈਪ ਨੇ ਤੇ ਇਹਦੇ ਵਿੱਚ ਜਿਹੜਾ ਸਟੈਪ ਨੰਬਰ ਪਹਿਲਾ ਆ ਉਹ ਇਹ ਹੈਗਾ ਕਿ ਜੇ ਤੁਸੀਂ ਇਹਨਾਂ ਮੁਲਕਾਂ ਤੋਂ ਹੈਗੇ ਹੋ ਜਿਨ੍ਹਾਂ ਵਿੱਚ ਆ ਕਿਊਬਾ, ਹੇਟੀ, ਨਿਕਾਰਾਗੁਆ, ਯੂਕਰੇਨ ਤੇ ਵੈਨਜ਼ੂਏਲਾ। ਇੱਕ ਵਾਰੀ ਫੇਰ ਨਾਂ ਸੁਣ ਲਓ ਮੁਲਕਾਂ ਦੇ, ਕਿਊਬਾ, ਹੇਟੀ, ਨਿਕਾਰਾਗੁਆ, ਯੂਕਰੇਨ ਤੇ ਵੈਨਜ਼ੂਏਲਾ। ਇਹਨਾਂ 'ਚ ਇੰਡੀਆ ਨਹੀਂ ਹੈ ਤੇ ਨਾ ਹੀ ਇਹਨਾਂ ਦੇ ਵਿੱਚ ਪਾਕਿਸਤਾਨ ਹੈ, ਨਾ ਇਹਦੇ ਵਿੱਚ ਫੀਜੀ ਆ, ਨਾ ਇਹਦੇ ਵਿੱਚ ਸ੍ਰੀਲੰਕਾ, ਤੇ ਇਹ ਇਹੋ ਜਿਹੇ ਮੁਲਕਾਂ 'ਚ ਨਹੀਂ ਹੈ। ਸਿਰਫ ਆਹੀ ਕੰਟਰੀਜ਼ ਨੇ, ਕਿਊਬਾ, ਹੇਟੀ, ਨਿਕਾਰਾਗੁਆ, ਯੂਕਰੇਨ ਤੇ ਵੈਨਜ਼ੂਏਲਾ। ਤੇ ਜੇ ਤੁਸੀਂ ਐਂਟਰ ਕਰਦੇ ਹੋ ਪਨਾਮਾ ਰਾਹੀਂ ਜਾਂ ਐਂਟਰ ਕਰਦੇ ਹੋ ਮੈਕਸੀਕੋ ਦੇ ਰਾਹੀਂ ਤਾਂ ਤੁਸੀਂ ਸਟੈਪ ਨੰਬਰ 2 ਤੇ ਜਾਓ। ਜਿਹੜੇ ਬਾਕੀ ਮੁਲਕਾਂ ਵਾਲੇ ਆ ਜਿਵੇਂ ਆਪਾਂ ਇੰਡੀਆ ਤੋਂ ਲੋਕ ਆਉਂਦੇ ਉਹ ਸਟੈਪ ਨੰਬਰ 3 ਤੇ ਜਾਣਗੇ। ਸਟੈਪ ਨੰਬਰ 2 ਕੀ ਆ? ਉਹ ਇਹ ਕਹਿ ਰਹੇ ਆ ਕਿ ਜੇ ਸਟੈਪ ਨੰਬਰ 2 ਵਾਲੇ ਬੰਦੇ ਜਿਹੜੇ ਕਿ ਇਹਨਾਂ ਮੁਲਕਾਂ 'ਚ ਹੈਗੇ ਆ ਕਿ ਕਿਊਬਾ 'ਚ, ਹੇਟੀ 'ਚ, ਨਿਕਾਰਾਗੁਆ, ਯੂਕਰੇਨ ਤੇ ਵੈਨਜ਼ੂਏਲਾ, ਉਹਨਾਂ ਦੇ ਜੇ ਇੱਥੇ ਸਪਾਂਸਰ ਕਰਨ ਵਾਲੇ ਬੰਦੇ ਹੈਗੇ ਅਮਰੀਕਾ ਦੇ ਵਿੱਚ ਜਿਹੜੇ ਕਿ ਉਹਨਾਂ ਲਈ ਖਰਚਾ ਕਰਨ ਨੂੰ ਤਿਆਰ ਨੇ, ਪਲੱਸ ਉਹਨਾਂ ਦਾ ਜਿਹੜਾ 에ਅਰ ਫੇਅਰ ਆ, ਟਿਕਟਾਂ ਆ, ਪਾਸਪੋਰਟ, ਉਹਦੇ ਵਾਸਤੇ ਵੀ ਪੈਸੇ ਦੇਣ ਨੂੰ ਤਿਆਰ ਨੇ, ਤਾਂ ਉਹ ਹਿਊਮੈਨਿਟੇਰੀਅਨ ਪਰੋਲ ਲਈ ਅਪਲਾਈ ਕਰ ਸਕਦੇ ਨੇ ਤੇ ਉਹਨਾਂ ਨੂੰ ਅਮਰੀਕਾ 'ਚ ਫਲਾਈ ਕੀਤਾ ਜਾਊਗਾ। ਉਹ ਜਿਹੜੀ ਪਰੋਲ ਆ ਉਹ 2 ਸਾਲ ਵਾਸਤੇ ਦਿੱਤੀ ਜਾਊਗੀ ਤੇ ਕੰਮ ਕਰਨ ਦੀ ਜਿਹੜੀ ਪਰਮਿਸ਼ਨ ਵੀ ਦਿੱਤੀ ਜਾਊਗੀ। ਜੇ ਇਹਨਾਂ ਮੁਲਕਾਂ 'ਚ ਤੁਸੀਂ ਨਹੀਂ ਤਾਂ ਫਿਰ ਤੁਸੀਂ ਆ ਜਾਓ ਸਟੈਪ ਨੰਬਰ 3 ਤੇ। ਸੋ ਸਟੈਪ ਨੰਬਰ 3 ਅਪਲਾਈ ਹੁੰਦਾ ਆਪਣੇ ਜਿਹੜੇ ਲੋਕੀ ਇੰਡੀਆ ਤੋਂ ਆਉਂਦੇ ਆ ਜਾਂ ਪਾਕਿਸਤਾਨ ਤੋਂ ਜਾਂ ਇਹਨਾਂ ਮੁਲਕਾਂ ਤੋਂ ਆਉਂਦੇ ਆ। ਇਹ 'ਚ ਕੀ ਆ? ਉਹ ਇਹ ਕਹਿ ਰਹੇ ਆ ਕਿ ਜੇ ਤੁਸੀਂ ਮੈਕਸੀਕਨ ਸਾਈਡ ਆਫ ਬਾਰਡਰ 'ਤੇ ਆ ਗਏ ਹੋਰਾਂ ਮੁਲਕਾਂ ਤੋਂ, ਜਿਹੜੇ ਕਿ ਆਹ 5 ਮੁਲਕ ਨਹੀਂ, ਇਹਨਾਂ 5 ਮੁਲਕਾਂ ਬਾਰੇ ਮੈਂ ਇੱਕ ਵਾਰੀ ਫੇਰ ਕਲੀਅਰ ਕਰਦਾ ਤਾਂ ਇਹ ਕੋਈ ਜਿਹੜੀ ਮਿਸਅੰਡਰਸਟੈਂਡਿੰਗ ਨਾ ਰਵੇ। ਕਿਊਬਾ, ਹੇਟੀ, ਨਿਕਾਰਾਗੁਆ, ਯੂਕਰੇਨ ਤੇ ਵੈਨਜ਼ੂਏਲਾ, ਜੇ ਤੁਸੀਂ ਇਹ 5 ਮੁਲਕਾਂ ਦੇ ਵਸਿੰਦੇ ਨਹੀਂ ਹੋ ਤੇ ਬਾਕੀ ਦੁਨੀਆ ਦੇ ਹੈਗੇ ਹੋ ਜਿਵੇਂ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਜਾਂ ਫੀਜੀ ਤੋਂ ਜਾਂ ਸ੍ਰੀਲੰਕਾ ਤੋਂ, ਫਿਰ ਤੁਸੀਂ ਜਿਹੜਾ ਹੈਗਾ ਉਹ ਮੈਕਸੀਕੋ ਦੇ ਵਿੱਚ ਤੁਸੀਂ ਆਲਰੇਡੀ ਪਹੁੰਚ ਚੁੱਕੇ ਹੋ ਤੇ ਤੁਸੀਂ ਜਿਹੜਾ ਹੈਗਾ ਉਹ ਹੁਣ ਸਟੈਪ ਨੰਬਰ 4 ਤੇ ਜਾਓ। ਤੇ ਉਹ ਬੇਸਿਕਲੀ ਤੁਹਾਨੂੰ ਇਹ ਕਹਿ ਰਿਹਾ ਕਿ ਤੁਸੀਂ ਜੇ ਤਾਂ ਤੁਹਾਡੇ ਕੋਲ ਮੈਕਸੀਕੋ ਦੇ ਵਿੱਚ ਪਰਮਿਸ਼ਨ ਹੈਗੀ ਆ ਤਾਂ ਤੁਸੀਂ ਉੱਥੇ ਰਹਿ ਸਕਦੇ ਹੋ, ਜੇ ਨਹੀਂ ਤਾਂ ਫਿਰ ਗੋ ਟੂ ਸਟੈਪ ਨੰਬਰ 4। ਤੇ ਸਟੈਪ ਨੰਬਰ 4 ਤੇ ਤੁਸੀਂ ਅਮਰੀਕਾ ਦੇ ਵਿੱਚ ਐਂਟਰ ਕਰ ਸਕਦੇ ਹੋ। ਤੇ ਜੇ ਤੁਸੀਂ ਜਿਹੜਾ ਇਹਨਾਂ ਨੇ ਸਟੈਪ ਦਿੱਤੇ ਉਹਦੇ ਮੁਤਾਬਕ ਨਹੀਂ ਐਂਟਰ ਕਰੋਗੇ ਤਾਂ ਕ੍ਰਿਮੀਨਲ ਕੇਸ ਵੀ ਬਣ ਸਕਦਾ ਤੇ ਪਲੱਸ ਜਿਹੜਾ ਹੈਗਾ ਉਹ ਡੈਪੋਟੇਸ਼ਨ ਵੀ ਲੱਗ ਸਕਦੀ ਹੈ। ਹੁਣ ਸਟੈਪ ਨੰਬਰ 4 ਕੀ ਆ? ਵੀ ਜੇ ਤੁਹਾਡੇ ਕੋਲੇ ਪਰਮਿਸ਼ਨ ਨਹੀਂ ਮੈਕਸੀਕੋ 'ਚ ਰਹਿਣ ਦੀ, ਤੁਸੀਂ ਸਟੈਪ ਨੰਬਰ 4 ਤੇ ਚਲੇ ਜਾਓ। ਉਹ ਕੀ ਆ? ਉਹ ਇਹ ਕਹਿੰਦਾ ਆ ਕਿ ਜੇ ਤੁਹਾਡੇ ਕੋਲੇ ਸਮਾਰਟਫੋਨ ਆ ਤਾਂ ਤੁਸੀਂ CBP1 ਐਪ ਜਿਹੜੀ ਆ ਉਹ ਆਪਣੇ ਫੋਨ ਤੇ ਡਾਊਨਲੋਡ ਕਰੋ। ਇਹਦਾ ਨਾਂ ਨੋਟ ਕਰੋ, CBP, C ਲਾਈਕ ਚਾਰਲੀ, B ਲਾਈਕ ਬॉय, P ਲਾਈਕ ਪੀਟਰ, ਅੱਗੇ ਨੰਬਰ 1 ONE। ਇਹ ਐਪ ਕਰੋ। ਇਹ ਐਪ ਇੰਗਲਿਸ਼, ਸਪੈਨਿਸ਼ ਤੇ ਹੇਟੀਅਨ, ਇਹ 3 ਲੈਂਗੁਏਜਸ ਦੇ ਵਿੱਚ ਹੈਗੀ ਆ। ਤੇ ਇਹਦੇ ਤੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰੋ ਤੇ ਅਪਾਇੰਟਮੈਂਟ ਬਣਾਓ ਇਸ ਐਪ ਤੇ। ਲੇਕਿਨ ਇਹ ਐਪ ਜਿਹੜੀ ਆ ਇਹ ਅਪਾਇੰਟਮੈਂਟ ਸਲੋਟ ਜਿਹੜਾ ਬਹੁਤ ਔਖਾ ਇੱਥੇ ਮਿਲਦਾ, ਲੋਟਰੀ ਲੱਗਣ ਵਾਲੀ ਗੱਲ ਆ, ਕਿਉਂਕਿ ਬਹੁਤ ਲੋਕ ਅਪਲਾਈ ਕਰਦੇ ਨੇ ਤੇ ਉਹ ਪਤਾ ਨਹੀਂ ਸਪੌਟ ਕਦੋਂ ਮਿਲੂਗਾ ਉਹਨੂੰ, ਚਾਹੇ 15 ਦਿਨ ਲੱਗਣ ਕਿ ਮਹੀਨਾ ਲੱਗੇ ਕਿ 2 ਮਹੀਨੇ ਲੱਗਣ। ਤੇ ਉਸ ਤੋਂ ਬਾਅਦ ਤੁਸੀਂ ਫਿਰ ਤੁਹਾਨੂੰ ਉਹ ਆਉਣ ਵਾਸਤੇ ਜਿਹੜਾ ਉਹ ਐਂਟਰੀ ਦੇਣਗੇ, ਗ੍ਰੀਨ ਸਿਗਨਲ ਹੋਊਗਾ, ਤੁਸੀਂ ਫਿਰ ਆ ਕੇ ਤੇ ਅਸਾਈਲਮ ਕਰ ਸਕਦੇ ਹੋ। ਤੇ ਜੇ ਤੁਹਾਡਾ ਐਪ ਦੇ ਵਿੱਚ
ਤੁਸੀਂ ਰਜਿਸਟਰ ਕਰ ਲਿਆ ਤੇ ਤੁਹਾਨੂੰ ਉਹਨਾਂ ਨੇ ਟਾਈਮ ਦੇਤਾ ਵੀ ਤੁਸੀਂ ਆ ਜਾਓ, ਤਾਂ ਫਿਰ ਸਟੈਪ ਨੰਬਰ ਜਾਓ 5 ਤੇ। ਸਟੈਪ ਨੰਬਰ 5 ਹੈਗਾ ਵੀ ਪੋਰਟ ਆਫ ਐਂਟਰੀ ਤੇ ਜਾਓ ਤੇ ਉੱਥੇ ਜਾ ਕੇ ਤੁਸੀਂ ਜਿਹੜਾ ਹੈਗਾ ਉਹਨੂੰ ਆਫਿਸਰ ਨੂੰ ਮਤਲਬ ਕਹੋ ਕਿ ਮੈਂ ਇੱਥੇ ਆ ਗਿਆ, ਮੈਂ ਐਪ ਤੇ ਰਜਿਸਟਰ ਕੀਤਾ ਆ। ਸਟੈਪ ਨੰਬਰ 6 ਆ ਕਿ ਤੁਹਾਡੀ ਕ੍ਰੈਡੀਬਲ ਫੀਅਰ ਇੰਟਰਵਿਊ ਹੋਏਗੀ। ਉੱਥੇ ਜਿਹੜਾ ਅਸਾਈਲਮ ਅਫਸਰ ਆ ਉਹ ਤੁਹਾਡੀ ਇੰਟਰਵਿਊ ਕਰਨਗੇ, ਤੁਹਾਨੂੰ ਪੁੱਛਣਗੇ ਕਿਉਂ ਆਏ ਆ, ਕਿਹਦੇ ਤੋਂ ਖਤਰਾ, ਕੀ ਪ੍ਰੋਬਲਮ ਆ। ਉਹ ਇੰਟਰਵਿਊ ਘੰਟੇ ਦੀ ਵੀ ਹੋ ਸਕਦੀ ਹੈ, 2 ਘੰਟੇ ਦੀ ਵੀ ਹੋ ਸਕਦੀ ਹੈ, 3 ਘੰਟੇ ਦੀ ਵੀ ਹੋ ਸਕਦੀ ਹੈ। ਤੇ ਉਹਦੇ ਵਿੱਚ ਤੁਹਾਨੂੰ ਜੇ ਉਹ ਪਾਸ ਕਰਨਗੇ ਤਾਂ ਫਿਰ ਉਹ ਤੁਹਾਨੂੰ ਇੱਥੇ ਜਿਹੜਾ ਐਂਟਰੀ ਵੀ ਦੇ ਸਕਦੇ ਆ, ਤੁਹਾਨੂੰ ਬੌਂਡ ਵਗੈਰਾ ਤੇ ਵੀ ਛੱਡ ਸਕਦੇ ਆ। ਜੇ ਨਹੀਂ ਪਾਸ ਕਰਨਗੇ ਤਾਂ ਫਿਰ ਤੁਹਾਡਾ ਕੇਸ ਉਹ ਇਮੀਗ੍ਰੇਸ਼ਨ ਜੱਜ ਕੋਲ ਭੇਜਣਗੇ, ਤੇ ਜੇ ਜੱਜ ਵੀ ਨਹੀਂ ਪਾਸ ਕਰੇਗਾ ਤਾਂ ਉੱਥੋਂ ਹੀ ਡੈਪੂਟੇਸ਼ਨ ਜਿਹੜੀ ਆ ਉਹ ਕਰ ਦਿੱਤੀ ਜਾਏਗੀ। ਇਹਦੇ ਨਾਲ ਜਦੋਂ ਲੇਕਿਨ ਜੇ ਤੁਸੀਂ ਫਰਜ਼ ਕਰੋ ਇਹ ਐਪ ਦੇ ਰਾਹੀਂ ਨਹੀਂ ਆਓਗੇ ਤਾਂ ਫਿਰ ਸਟੈਪ ਨੰਬਰ 7 ਤੇ ਜਾਓ। ਜੇ ਤੁਸੀਂ ਸਿੱਧਾ ਹੀ ਆ ਗਏ ਐਪ ਦੇ ਮੁਤਾਬਕ ਨਹੀਂ ਗਏ ਤਾਂ ਸਟੈਪ ਨੰਬਰ 7 ਕਹਿੰਦਾ ਵੀ ਤੁਹਾਨੂੰ ਅਸਾਈਲਮ ਅਫਸਰ ਇਹ ਕਹੂਗਾ ਕਿ ਤੁਸੀਂ ਅਸਾਈਲਮ ਕਿਸੇ ਹੋਰ ਕੰਟਰੀ 'ਚ ਅਪਲਾਈ ਕੀਤਾ, ਜਿੱਥੋਂ ਲੰਘ ਕੇ ਆਏ ਆ, ਜਿਵੇਂ ਮੈਕਸੀਕੋ 'ਚ ਕੀਤਾ ਜਾਂ ਕਿਸੇ ਹੋਰ ਕੰਟਰੀ 'ਚ ਕੀਤਾ। ਤੇ ਜੇ ਤੁਸੀਂ ਕਹੋਗੇ ਨਹੀਂ ਤੇ ਉਹ ਇਹ ਕਹੂਗਾ ਬਾਹਰ ਹੈਗੇ, ਤੁਸੀਂ ਇਨਐਲੀਜੀਬਲ ਹੈਗੇ ਆ ਅਸਾਈਲਮ ਵਾਸਤੇ। ਤੇ ਉਹ ਫਿਰ ਤੁਹਾਨੂੰ ਇਹ ਦੇਖੂਗਾ ਸਟੈਪ ਨੰਬਰ 8 ਤੇ ਲੈ ਜਾਊਗਾ, ਇਹ ਦੇਖੂਗਾ ਕਿ ਕੋਈ ਐਕਸੈਪਸ਼ਨ ਤੁਹਾਨੂੰ ਜਿਹੜੀ ਆ ਉਹ ਲਾਗੂ ਹੁੰਦੀ ਹੈ ਕਿ ਨਹੀਂ ਹੁੰਦੀ। ਜੇ ਤੁਸੀਂ ਅਸਾਈਲਮ ਥਰਡ ਕੰਟਰੀ 'ਚ ਨਹੀਂ ਅਪਲਾਈ ਕੀਤਾ, ਜਿਵੇਂ ਤੁਸੀਂ ਮੈਕਸੀਕੋ 'ਚ ਨਹੀਂ ਕੀਤਾ ਜਾਂ ਕਿਸੇ ਹੋਰ ਕੰਟਰੀ ਤੋਂ ਤੁਸੀਂ ਲੰਘ ਕੇ ਆਏ ਆ ਉੱਥੇ ਨਹੀਂ ਕੀਤਾ ਅਪਲਾਈ, ਤਾਂ ਜੇ ਆਹ ਐਕਸੈਪਸ਼ਨਾਂ ਜਿਹੜੀਆਂ ਸਟੈਪ ਨੰਬਰ 8 'ਚ ਹੈਗੀਆਂ ਇਹ ਤੁਹਾਡੇ ਤੇ ਲਾਗੂ ਹੁੰਦੀਆਂ, ਤੁਹਾਨੂੰ ਐਂਟਰੀ ਮਿਲੂਗੀ। ਜੇ ਨਹੀਂ ਲਾਗੂ ਹੁੰਦੀਆਂ ਤਾਂ ਉੱਥੋਂ ਹੀ ਡਿਪੋਰਟ ਕਰਦਾ ਜਾਊਗਾ, ਐਂਟਰੀ ਨਹੀਂ ਮਿਲੂਗੀ। ਇਹ ਐਕਸੈਪਸ਼ਨਸ ਕਿਹੜੀਆਂ ਨੇ? ਇਹਦੇ 'ਚ ਇੱਕ ਹੈਗੀ ਆ ਅਕਿਊਟ ਮੈਡੀਕਲ ਐਮਰਜੈਂਸੀ। ਜੇ ਤੁਹਾਡੀ ਸਿਹਤ ਬਹੁਤ ਖਰਾਬ ਆ, ਤੁਸੀਂ ਬਿਮਾਰ ਹੋ ਤੇ ਤੁਹਾਡੀ ਸਿਹਤ ਖਰਾਬ ਆ, ਤਾਂ ਤੁਸੀਂ ਹੋਰ ਕੰਟਰੀ ਦੇ ਵਿੱਚ ਜੇ ਨਹੀਂ ਵੀ ਕੀਤਾ ਫਿਰ ਵੀ ਤੁਹਾਨੂੰ ਐਂਟਰੀ ਮਿਲੇਗੀ। ਦੂਜਾ ਹੈਗਾ ਇਮੀਨੈਂਟ ਤੇ ਐਕਸਟ੍ਰੀਮ ਡੇਂਜਰ। ਤੁਹਾਨੂੰ ਇਹ ਪ੍ਰੂਵ ਕਰਨਾ ਪਏਗਾ ਕਿ ਬਹੁਤ ਜ਼ਿਆਦਾ ਖਤਰਾ ਹੈਗਾ ਤੁਹਾਨੂੰ, ਤੇ ਤੁਹਾਨੂੰ ਐਕਸਟ੍ਰੀਮ ਹੈ ਤੇ ਇਮੀਨੈਂਟ ਡੇਂਜਰ ਆ, ਤੁਹਾਡੀ ਜਾਨ ਨੂੰ ਖਤਰਾ ਆ। ਤੇ ਤੀਜਾ ਹੈਗਾ ਕਿ ਤੁਹਾਨੂੰ ਜਿਹੜੇ ਸਮਗਲਰ ਨੇ ਜਾਂ ਹਿਊਮਨ ਟ੍ਰੈਫਿਕਰ ਨੇ ਉਹਨਾਂ ਨੇ ਬਹੁਤ ਜ਼ਿਆਦਾ ਤੁਹਾਨੂੰ ਤੰਗ ਕੀਤਾ, ਟ੍ਰੈਫਿਕ ਕੀਤਾ। ਜਿਵੇਂ ਕੋਈ ਲੇਡੀਜ਼ ਹੋਣਗੀਆਂ ਉਹ ਕਹਿ ਸਕਦੀਆਂ ਵੀ ਸਾਡੇ ਨਾਲ ਬਹੁਤ ਜ਼ਿਆਦਾ ਮਾੜਾ ਜਿਹੜਾ ਬਿਹੇਵੀਅਰ ਹੋਇਆ, ਸਾਡੇ ਨਾਲ ਰੇਪ ਹੋਇਆ ਜਾਂ ਸਾਡੇ ਨਾਲ ਹੋਰ ਕੁੱਟਮਾਰ ਹੋਈ, ਤੇ ਉਹਨੂੰ ਕਹਿੰਦੇ ਆ ਟ੍ਰੈਫਿਕਿੰਗ, ਤੇ ਉਹ ਹੋਈ ਆ। ਤੇ ਉਹ ਵੀ ਫਿਰ ਤੁਹਾਨੂੰ ਇੱਥੇ ਜਿਹੜਾ ਹੈਗਾ ਉਹ ਐਂਟਰ ਕਰਨ ਦਿੱਤਾ ਜਾਏਗਾ। ਤੁਹਾਡੀ ਕ੍ਰੈਡੀਬਲ ਫੀਅਰ ਇੰਟਰਵਿਊ ਹੋਏਗੀ ਜੇ ਤੁਸੀਂ ਨਹੀਂ ਵੀ ਅਸਾਈਲਮ ਕਿਸੇ ਹੋਰ ਕੰਟਰੀ ਦੇ ਵਿੱਚ ਅਪਲਾਈ ਕੀਤਾ। ਜੇ 3 ਕੰਡੀਸ਼ਨਾਂ ਨਹੀਂ ਤਾਂ ਤੁਹਾਨੂੰ ਕਿਸੇ ਹੋਰ ਕੰਟਰੀ ਦੇ ਵਿੱਚ ਅਸਾਈਲਮ ਜਿਹੜਾ ਉਹ ਅਪਲਾਈ ਕਰਨਾ ਪਹਿਲਾਂ ਪਏਗਾ ਜਿੱਥੋਂ ਤੁਸੀਂ ਲੰਘ ਕੇ ਆਏ ਆ। ਫਿਰ ਜਿਹੜਾ ਹੈਗਾ ਉਹ ਸਟੈਪ ਨੰਬਰ 9, ਜਿਹੜਾ ਸਟੈਪ ਨੰਬਰ 9 ਹੈਗਾ ਉਹ ਤੁਹਾਨੂੰ ਜਦੋਂ ਕ੍ਰੈਡੀਬਲ ਫੀਅਰ ਇੰਟਰਵਿਊ ਹੋਏਗੀ ਉਹ ਤੁਹਾਨੂੰ ਪੁੱਛਣਗੇ ਕਿ ਤੁਹਾਨੂੰ ਆਪਣੀ ਹੋਮ ਕੰਟਰੀ ਤੋਂ ਕੋਈ ਪਰਸੀਕਿਊਸ਼ਨ ਹੋਈ ਆ, ਕੁੱਟਮਾਰ ਹੋਈ ਆ, ਕੀ ਪ੍ਰੋਬਲਮ ਆਈ ਆ। ਤੇ ਉਸ ਤੋਂ ਬਾਅਦ ਉਹ ਤੁਹਾਨੂੰ ਫਿਰ ਉਹ 'ਚ ਪਾਸ ਜਿਹੜਾ ਹੈਗਾ ਉਹ ਕਰ ਸਕਦੇ ਆ ਜੇ ਉਹ ਸੈਟਿਸਫਾਈ ਹੋ ਜਾਂਦੇ ਆ। ਤੇ ਇਹਦੇ 'ਚ ਉਹਨਾਂ ਨੇ ਰੀਜ਼ਨੇਬਲ ਸਟੈਂਡਰਡ ਹੁਣ ਕਰਤਾ, ਤੇ ਉਹਦਾ ਮਤਲਬ ਹੈ ਕਿ ਤੁਹਾਨੂੰ ਜਾਣੀ ਕਿ ਰੀਜ਼ਨੇਬਲਨੈਸ ਹੋਣੀ ਚਾਹੀਦੀ ਆ ਕਿ ਜੇ ਤੁਸੀਂ ਵਾਪਸ ਜਾਓ ਤਾਂ ਤੁਹਾਨੂੰ ਇਹ ਲੱਗੇ ਕਿ ਇਹਨਾਂ ਨੂੰ ਰੀਜ਼ਨੇਬਲੀ ਖਤਰਾ ਹੈਗਾ। ਅੱਗੇ ਆ ਸਟੈਪ ਨੰਬਰ 10, ਜੇ ਤੁਸੀਂ ਉਹ ਇੰਟਰਵਿਊ ਫੇਲ ਕਰ ਗਏ, ਅਸਾਈਲਮ ਅਫਸਰ ਨੂੰ ਇਹ ਲੱਗਿਆ ਵੀ ਤੁਹਾਨੂੰ ਕੋਈ ਖਤਰਾ ਨਹੀਂ, ਆਪਣੀ ਕੰਟਰੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਤੁਸੀਂ ਉੱਦਾਂ ਹੀ ਆਏ ਆ ਇੱਥੇ ਕੰਮ ਕਰਨ, ਤਾਂ ਉਹ ਤੁਹਾਡਾ ਕੇਸ ਜਿਹੜਾ ਉਹ ਇਮੀਗ੍ਰੇਸ਼ਨ ਜੱਜ ਕੋਲ ਭੇਜੇਗਾ। ਤੇ ਇਮੀਗ੍ਰੇਸ਼ਨ ਜੱਜ ਜਿਹੜਾ ਹੈਗਾ ਉਹ ਤੁਹਾਨੂੰ ਪੁੱਛੇਗਾ ਉਹਦੇ ਕੋਲ ਜਾਣਾ, ਤੇ ਜੇ ਤੁਸੀਂ ਕਹੋਗੇ ਨਹੀਂ ਜਾਣਾ ਤਾਂ ਉੱਥੋਂ ਹੀ ਰਿਪੋਰਟ ਕਰਨਗੇ। ਜੇ ਤੁਸੀਂ ਕਿਹਾ ਹਾਂ ਮੈਂ ਜੱਜ ਅੱਗੇ ਪੇਸ਼ ਹੋਣਾ, ਤੁਹਾਨੂੰ ਉਹ ਜੱਜ ਅੱਗੇ ਪੇਸ਼ ਕਰਨਗੇ। ਸਟੈਪ ਨੰਬਰ 11 ਹੈਗਾ ਜੱਜ ਕੋਲ, ਤੇ ਉਹ ਜੱਜ ਜਿਹੜਾ ਹੈਗਾ ਉਹ ਸਾਰਾ ਡਿਸੀਜਨ ਦੇਖੂਗਾ ਕਿ ਕਿਉਂ ਇਹਨਾਂ ਨੇ ਨਾ ਕੀਤੀ ਹੈ, ਤੁਹਾਨੂੰ ਕ੍ਰੈਡੀਬਲ ਫੀਅਰ ਫੇਲ ਕੀਤਾ। ਉਦੋਂ ਬਾਅਦ ਉਹ ਦੁਬਾਰਾ ਇੰਟਰਵਿਊ ਕਰੇਗਾ, ਤੇ ਜੇ ਉਹਨੇ ਦੇਖਿਆ ਵੀ ਵਾਕਈ ਤੁਹਾਨੂੰ ਰੀਜ਼ਨੇਬਲ ਫੀਅਰ ਹੈਗਾ ਤਾਂ ਫਿਰ ਉਹ ਤੁਹਾਨੂੰ ਪਾਸ ਕਰ ਦੇਗਾ, ਨਹੀਂ ਤਾਂ ਡਿਪੋਰਟ ਕਰ ਦਿੱਤਾ ਜਾਵੇਗਾ। ਅੱਗੇ ਆ ਸਟੈਪ ਨੰਬਰ 12, ਤੇ ਇਹਦੇ ਸਟੈਪ ਦੇ ਵਿੱਚ ਇਹ ਹੈਗਾ ਕਿ ਜੇ ਤੁਹਾਨੂੰ ਉਹਨੇ ਪਾਸ ਕਰਤਾ ਜੱਜ ਨੇ ਜਾਂ ਕ੍ਰੈਡੀਬਲ ਫੀਅਰ ਵਾਲਿਆਂ ਨੇ ਪਾਸ ਕਰਤਾ ਅਸਾਈਲਮ ਅਫਸਰ ਨੇ, ਫਿਰ ਤੁਸੀਂ ਇੱਥੇ ਅਸਾਈਲਮ ਜਿਹੜਾ ਐਪਲੀਕੇਸ਼ਨ ਉਹ ਲਾ ਸਕੋਗੇ। ਤੇ ਉਹਦੇ ਵਿੱਚ ਟਾਈਮ ਜਿਹੜਾ ਉਹ ਲੱਗੇਗਾ, ਜਿੰਨਾ ਵੀ ਲੱਗੇ, 6 ਮਹੀਨੇ ਵੀ ਲੱਗ ਸਕਦੇ, ਸਾਲ ਵੀ ਲੱਗ ਸਕਦਾ, 5 ਸਾਲ ਵੀ ਲੱਗ ਸਕਦੇ ਆ। ਫਿਰ ਸਟੈਪ ਨੰਬਰ 13, ਜਿਹੜਾ ਇਮੀਗ੍ਰੇਸ਼ਨ ਜੱਜ ਆ ਉਹਦੇ ਅੱਗੇ ਹੀਅਰਿੰਗ ਹੋਏਗੀ, ਉਹ ਫੈਸਲਾ ਕਰੇਗਾ ਕਿ ਵਾਕਈ ਤੁਹਾਨੂੰ ਕੋਈ ਇੰਡੀਆ ਦੇ ਵਿੱਚ ਜਾਂ ਆਪਣੀ ਕੰਟਰੀ ਜਿੱਥੋਂ ਵੀ ਤੁਸੀਂ ਆਏ ਆ ਖਤਰਾ ਹੈਗਾ। ਤੇ ਫਿਰ ਜੇ ਖਤਰਾ ਹੈਗਾ ਉਹਦਾ ਅਸਾਈਲਮ ਉਹ ਗ੍ਰਾਂਟ ਕਰੇਗਾ, ਜੇ ਨਹੀਂ ਹੈਗਾ ਤਾਂ ਉਹ ਤੁਹਾਡੇ ਖਿਲਾਫ ਰਿਮੂਵਲ ਆਰਡਰ ਵੀ ਕਰ ਸਕਦਾ। ਤੇ ਇਹ ਜਿਹੜਾ ਸਟੈਪ ਨੰਬਰ 13 ਹੈ ਪਹਿਲੇ ਸਟੈਪ ਨਾਲੋਂ ਫਰਕ ਹੈ। ਜਿਹੜਾ ਪਹਿਲਾ ਸਟੈਪ ਆ ਉਹ ਕ੍ਰੈਡੀਬਲ ਫੀਅਰ ਦਾ ਆ। ਇਹ ਜਿਹੜਾ ਹੈਗਾ ਜਦੋਂ ਤੁਸੀਂ ਕ੍ਰੈਡੀਬਲ ਫੀਅਰ ਪਾਸ ਕਰ ਗਏ ਉਦੋਂ ਬਾਅਦ ਤੁਹਾਡਾ ਅਸਾਈਲਮ ਦਾ ਕੀ ਕਲੇਮ ਹੈ, ਤੁਹਾਨੂੰ ਕੀ ਪ੍ਰੋਬਲਮ ਆ ਆਪਣੀ ਕੰਟਰੀ, ਜਿਹੜੇ ਅਸਾਈਲਮ ਦੇ 5 ਗਰਾਊਂਡ ਨੇ ਉਹਨਾਂ ਵਿੱਚ ਤੁਹਾਡਾ ਕੇਸ ਆਉਂਦਾ ਕਿ ਨਹੀਂ ਆਉਂਦਾ ਉਹ ਉਹਨੇ ਦੇਖਣਾ। ਪਲੱਸ ਜੇ ਤੁਸੀਂ ਵਾਪਸ ਜਾਂਦੇ ਤੁਹਾਡੇ ਖਿਲਾਫ ਪਰਸੀਕਿਊਸ਼ਨ ਹੁੰਦੀ ਹੈ, ਇਹ ਉਹ ਸਟੈਪ ਆ। ਉਦੋਂ ਬਾਅਦ
ਜੇ ਜਿਹੜਾ ਹੈਗਾ ਸਟੈਪ ਨੰਬਰ 14 ਜੇ ਜੱਜ ਇਹ ਫੈਸਲਾ ਕਰੇ ਕਿ ਤੁਸੀਂ ਨਹੀਂ ਅਸਾਈਲਮ ਲਈ ਕੁਆਲੀਫਾਈ ਕਰਦੇ, ਫਿਰ ਇੱਕ ਹੋਰ ਰੀਲੀਫ ਹੁੰਦੀ ਆ ਵਿਦਹੋਲਡਿੰਗ ਆਫ ਰਿਮੂਵਲ ਜਾਂ ਪ੍ਰੋਟੈਕਸ਼ਨ ਅੰਡਰ ਕੈਟ, ਤੇ ਉਹਦੇ ਅੰਡਰ ਤੁਸੀਂ ਉਹ ਦੇਖੇਗਾ ਕਿ ਤੁਸੀਂ ਉਹ ਸਟੈਂਡਰਡ ਮੀਟ ਕਰਦੇ ਹੋ, ਹਾਇਰ ਸਟੈਂਡਰਡ ਆ ਅਸਾਈਲਮ ਨਾਲੋਂ। ਜੇ ਨਹੀਂ ਮੀਟ ਕਰਦੇ ਤਾਂ ਫਿਰ ਤੁਹਾਨੂੰ ਉਹ ਡਿਪੋਰਟ ਕਰੇਗਾ। ਤੇ ਜਿਹੜਾ ਸਟੈਪ ਨੰਬਰ 15 ਹੈ ਉਹ ਆ ਵੀ ਜੇ ਤੁਸੀਂ ਹਾਇਰ ਸਟੈਂਡਰਡ ਜਿਹੜਾ ਵਿਦਹੋਲਡਿੰਗ ਦਾ ਮੀਟ ਕਰਦੇ ਹੋ ਤਾਂ ਤੁਹਾਨੂੰ ਅਸਾਈਲਮ ਤਾਂ ਨਹੀਂ ਮਿਲੇਗਾ, ਲੇਕਿਨ ਤੁਹਾਨੂੰ ਵਿਦਹੋਲਡਿੰਗ ਆਫ ਰਿਮੂਵਲ ਮਿਲ ਜਾਏਗੀ। ਤੇ ਜਿਹੜੀ ਵਿਦਹੋਲਡਿੰਗ ਆਫ ਰਿਮੂਵਲ ਆ ਉਹਦੇ ਵਿੱਚ ਇਹ ਹੁੰਦਾ ਵੀ ਤੁਹਾਨੂੰ ਰਹਿਣ ਦੀ ਪਰਮਿਸ਼ਨ ਮਿਲੇਗੀ, ਪਰ ਤੁਸੀਂ ਗ੍ਰੀਨ ਕਾਰਡ ਵਗੈਰਾ ਇੱਥੇ ਨਹੀਂ ਅਪਲਾਈ ਕਰ ਸਕਦੇ। ਪਰ ਜੇ ਤੁਹਾਨੂੰ ਅਸਾਈਲਮ ਹੀ ਮਿਲ ਜਾਂਦਾ ਤਾਂ ਫਿਰ ਤੁਸੀਂ ਗ੍ਰੀਨ ਕਾਰਡ ਵੀ ਅਪਲਾਈ ਕਰ ਸਕਦੇ ਹੋ। ਤੇ ਇਹ ਫਰਕ ਆ ਦੋਨਾਂ ਦੇ ਵਿੱਚ। ਵਿਦਹੋਲਡਿੰਗ ਦੇ ਵਿੱਚ ਗ੍ਰੀਨ ਕਾਰਡ ਜਿਹੜਾ ਹੈਗਾ ਉਹ ਨਹੀਂ ਹੁੰਦਾ ਅਪਲਾਈ। ਤੇ ਇੱਕ ਹੋਰ ਆ ਇਹਦੇ 'ਚ ਸਟੈਪ 'ਚ ਵੀ ਜੇ ਤੁਹਾਡੇ ਵਾਈਫ ਤੇ ਛੋਟੇ ਬੱਚੇ ਹੈਗੇ ਆ ਤੇ ਤੁਹਾਡੇ ਤੇ ਬੈਨ ਨਹੀਂ ਲੱਗੇਗਾ ਬੇਸਡ ਔਨ ਫੈਮਿਲੀ ਯੂਨਿਟੀ। ਤੇ ਜਿਹੜੇ ਫੈਮਿਲੀ ਯੂਨਿਟੀ ਦੇ ਕਰਕੇ ਇਹ ਤੁਹਾਡੇ ਤੇ ਜਿਹੜਾ ਹੈਗਾ ਉਹ ਬੈਨ ਨਹੀਂ ਲਾਉਣਗੇ ਤੇ ਤੁਹਾਨੂੰ ਵਿਦਹੋਲਡਿੰਗ ਆਫ ਰਿਮੂਵਲ ਨਹੀਂ ਦੇਣਗੇ, ਉਹ ਅਸਾਈਲਮ ਵੀ ਦੇ ਸਕਦੇ ਆ। ਤੇ ਅੱਗੇ ਇਹ ਹੈਗਾ ਕਿ ਜਿਹੜੀਆਂ ਕ੍ਰੈਡੀਬਲ ਫੀਅਰ ਇੰਟਰਵਿਊਜ਼ ਵਗੈਰਾ ਹੈਗੀਆਂ ਉਹ ਫੋਨ ਤੇ ਹੋਣਗੀਆਂ, ਕਿਉਂਕਿ ਇੰਨੇ ਬੰਦਿਆਂ ਨੂੰ ਐਂਟਰੀ ਦੇਣੀ ਸੰਭਵ ਨਹੀਂ ਫਿਜ਼ੀਕਲੀ। ਉਹ ਫੋਨ ਬੂਥ ਬਣਾਏ ਜਾਣਗੇ, ਉਹਨਾਂ ਦੇ ਰਾਹੀਂ ਉਹ ਇੰਟਰਵਿਊਜ਼ ਹੋਣਗੀਆਂ ਜਿਹੜੀਆਂ ਕਿ ਪਾਸ ਕਰਨੀਆਂ ਜ਼ਰੂਰੀ ਹੋਣਗੀਆਂ। ਜੇ ਨਾ ਪਾਸ ਹੋਈਆਂ ਤਾਂ ਇਮੀਗ੍ਰੇਸ਼ਨ ਜੱਜ ਕੋਲ, ਜਿਵੇਂ ਮੈਂ ਦੱਸ ਕੇ ਹਟਿਆ, ਇਹ ਸਟੈਪ ਨੇ। ਸੋ ਬੇਸਿਕਲੀ ਚੇਂਜ ਇਹ ਆ ਇਹਦੇ 'ਚ ਕਿ ਜਿਹੜਾ ਕ੍ਰੈਡੀਬਲ ਫੀਅਰ ਵਗੈਰਾ ਜਾਂ ਅਸਾਈਲਮ ਦੇ ਜੱਜ ਕੋਲ ਜਾਣਾ, ਇਹ ਤਾਂ ਪਹਿਲਾਂ ਵੀ ਸੀਗਾ ਲਾਅ 'ਚ, ਪਰ ਚੇਂਜ ਇਹ ਹੈਗੀ ਆ ਕਿ ਤੁਸੀਂ ਉਹ ਐਪ ਡਾਊਨਲੋਡ ਕਰਨੀ ਹੈ CBP1, ਤੇ ਉਹ ਐਪ ਜਿਹੜੀ ਹੈਗੀ ਉਹ ਡਾਊਨਲੋਡ ਕਰਕੇ ਉਹਦੇ ਰਾਹੀਂ ਅਪਾਇੰਟਮੈਂਟ ਬਣਾਉਣ ਦੀ ਕੋਸ਼ਿਸ਼ ਕਰਨੀ ਆ। ਤੇ ਜੇ ਤੁਸੀਂ ਉਹਦੇ ਰਾਹੀਂ ਨਹੀਂ ਕਰਦੇ ਤਾਂ ਇਹ ਤੁਹਾਨੂੰ ਇਹ ਕਹਿ ਸਕਦੇ ਆ ਕਿ ਤੁਸੀਂ ਜਿਹੜਾ ਹੈਗਾ ਉਹ ਕਿਸੇ ਥਰਡ ਕੰਟਰੀ ਦੇ ਵਿੱਚ ਅਸਾਈਲਮ ਨਹੀਂ ਲਾਇਆ, ਤੇ ਉਹਦੇ ਕਰਕੇ ਤੁਹਾਨੂੰ ਅਸੀਂ ਜਿਹੜਾ ਹੈਗਾ ਉਹ ਐਂਟਰੀ ਨਹੀਂ ਦੇਣੀ। ਹੁਣ ਜਿਹੜਾ ਇਹ ਥਰਡ ਕੰਟਰੀ ਵਾਲਾ ਚੱਕਰ ਆ, ਇਹ ਤੇ ਮੈਂ ਤੁਹਾਨੂੰ ਆਲਰੇਡੀ ਦੱਸਿਆ ਵੀ ਕੇਸ ਫਾਈਲ ਕੀਤਾ ਹੋਇਆ ACLU ਨੇ। ਇਹਦਾ ਦੇਖਦੇ ਆ ਕੀ ਆਊਟਕਮ ਹੁੰਦਾ। ਜੇ ਸਟੇ ਮਿਲ ਜਾਂਦੀ ਆ ਤਾਂ ਫਿਰ ਥਰਡ ਕੰਟਰੀ ਵਾਲਾ ਰੂਲ ਵੀ ਸਟੇ ਹੋ ਸਕਦਾ, ਪਰ ਇਹ ਦੇਖਣ ਵਾਲੀ ਗੱਲ ਆ ਵੀ ਇਹਦੇ ਵਿੱਚ ਕੀ ਜਿਹੜੀ ਆ ਉਹ ਕੋਰਟ ਕਰਦੀ ਆ। ਸੋ ਇਹ ਸੀਗੇ ਜਿਹੜੇ ਨਵੀਂ ਨੀਤੀ ਦੌਰਾਨ ਜਿਹੜੇ ਹੈਗੇ ਆ ਤੁਹਾਨੂੰ ਇੰਪੋਰਟੈਂਟ ਸਟੈਪਸ, ਜਿਹੜੇ 15 ਸਟੈਪ ਆ। ਤੇ ਇਸ ਤੋਂ ਇਲਾਵਾ ਹੁਣ ਜਿਹੜੀ ਅਗਲੀ ਆਪਾਂ ਗੱਲ ਕਰਨੀ ਆ ਇਸੇ ਨਾਲ ਹੀ ਮਿਲਦੀ ਜੁਲਦੀ, ਉਹ ਇਹ ਕਰਨੀ ਆ ਵੀ ਟਾਈਟਲ 8 ਕੀ ਆ। ਕਿਉਂਕਿ ਜਿਹੜਾ ਟਾਈਟਲ 42 ਆ ਉਹ ਜਦੋਂ ਐਕਸਪਾਇਰ ਹੋਇਆ ਤਾਂ ਉਹਦੇ ਬਾਰੇ ਟਾਈਟਲ 8 ਬਾਰੇ ਬੜੀ ਚਰਚਾ ਹੋ ਰਹੀ ਆ। ਇਹਨਾਂ ਦੋਵਾਂ ਦੇ ਵਿੱਚ ਕੀ ਫਰਕ ਆ, ਇਹਦੇ ਬਾਰੇ ਸਾਨੂੰ ਕਾਫੀ ਸਵਾਲ ਆ ਰਹੇ ਆ। ਇਹਦੇ ਬਾਰੇ ਤੁਹਾਨੂੰ ਮੈਂ ਜਾਣਕਾਰੀ ਦਿੰਦਾ ਕਿ ਟਾਈਟਲ 8 ਕੀ ਆ ਤੇ ਇਹ ਟਾਈਟਲ 42 ਤੋਂ ਕਿਸ ਤਰ੍ਹਾਂ ਡਿਫਰੈਂਟ ਆ। ਕਿਉਂਕਿ ਟਾਈਟਲ 42 ਦਾ ਐਂਡ ਹੋ ਗਿਆ, ਟਾਈਟਲ 8 ਜਿਹੜਾ ਆਲਰੇਡੀ ਲਾਗੂ ਆ। ਇਹ ਜਿਹੜਾ ਟਾਈਟਲ 8 ਤੇ 42 ਆ, ਇਹ ਦੋਨੇ US ਕੋਡ ਜਿਹੜਾ ਹੈਗਾ ਇੱਥੋਂ ਦਾ ਕਾਨੂੰਨ ਆ ਉਹਦੇ ਸੈਕਸ਼ਨਸ ਨੇ। ਤੇ ਟਾਈਟਲ 8 ਜਿਹੜਾ ਹੈਗਾ ਉਹ ਇਮੀਗ੍ਰੇਸ਼ਨ ਦੇ ਨਾਲ ਡੀਲ ਕਰਦਾ ਤੇ ਏਲੀਅਨਸ ਐਂਡ ਨੈਸ਼ਨੈਲਿਟੀ ਦੇ ਨਾਲ। ਤੇ ਜਿਹੜਾ ਇਮੀਗ੍ਰੇਸ਼ਨ ਦੇ ਕਾਨੂੰਨ ਨੇ ਉਹ ਟਾਈਟਲ 8 ਦੇ ਵਿੱਚ ਪਾਏ ਜਾਂਦੇ ਨੇ। ਜਿਹੜਾ ਟਾਈਟਲ 42 ਹੈ ਇਹਦਾ ਇਮੀਗ੍ਰੇਸ਼ਨ ਨਾਲ ਕੋਈ ਸੰਬੰਧ ਨਹੀਂ, ਇਹ ਜਿਹੜਾ ਪਬਲਿਕ ਹੈਲਥ ਤੇ ਵੈਲਫੇਅਰ ਲਾਅ ਆ। ਜਿਹੜਾ ਟਾਈਟਲ 42 ਆ ਇਹ 1944 ਦਾ ਇੱਕ ਪਬਲਿਕ ਹੈਲਥ ਲਾਅ ਸੀ, ਉਹਦੇ ਅਨੁਸਾਰ ਬਣਾਇਆ ਗਿਆ। ਤੇ ਇਹ ਸੈਂਟਰਲ ਗੌਰਮੈਂਟ ਨੂੰ ਪਾਵਰ ਕਰਦਾ ਕਿ ਜਿਹੜੇ ਬੰਦੇ ਸੀਰੀਅਸ ਡੇਂਜਰ ਹੋ ਸਕਦੇ ਨੇ ਅਮਰੀਕਾ ਦੇ ਵਿੱਚ ਤੇ ਉਹ ਬਿਮਾਰੀ ਫੈਲਾ ਸਕਦੇ, ਕੋਈ ਸੀਰੀਅਸ ਬਿਮਾਰੀ, ਉਹਨੂੰ ਇੱਥੇ ਆਉਣ ਤੋਂ ਬੈਨ ਕੀਤਾ ਜਾਵੇ। ਇਹੀ ਲਾ ਕੇ ਲੋਕਾਂ ਦੀ ਐਂਟਰੀ ਬੈਨ ਕੀਤੀ ਜਾਂਦੀ ਆ ਜਦੋਂ ਵੀ ਕੋਈ ਮਹਾਮਾਰੀ ਜਾਂ ਪੈਂਡੈਮਿਕ ਆਉਂਦਾ। ਇਹੀ ਇਹਨਾਂ ਨੇ ਲਾ ਕੇ ਰੱਖਿਆ ਹੁਣ ਇੰਨੇ ਸਾਲ। ਪਹਿਲਾਂ ਟਰੰਪ ਨੇ ਲਾਇਆ, ਫਿਰ ਹੁਣ ਵੀ ਲੱਗਿਆ ਰਿਹਾ। ਤੇ ਜਿਹੜੇ ਲੋਕੀ ਬਾਰਡਰ ਤੇ ਸੀ ਉਹਨਾਂ ਨੂੰ ਰੋਕਿਆ ਗਿਆ। ਤੇ ਪਹਿਲਾਂ ਜਿਹੜੇ ਲੋਕਾਂ ਤੇ ਜਿਹੜੀਆਂ ਹੈਗੀਆਂ ਪਾਬੰਦੀਆਂ ਲਾਈਆਂ ਗਈਆਂ, ਜਿਹੜੇ ਏਅਰਪਲੇਨ ਤੇ ਵੀ ਨਹੀਂ ਸੀ ਆ ਸਕਦੇ ਅੱਜ ਤੋਂ 2 ਸਾਲ ਪਹਿਲਾਂ ਕਈ ਕੰਟਰੀਜ਼, ਉਹ ਵੀ ਇਸੇ ਅੰਡਰ ਹੀ ਲੱਗੀਆਂ। ਜਿਹੜੇ ਬੰਦੇ ਨੂੰ ਫਰਕ ਇਹ ਆ ਵੀ ਟਾਈਟਲ 42 ਦੁਆਰਾ ਇੱਥੋਂ ਵਾਪਸ ਭੇਜਿਆ ਜਾਂਦਾ, ਉਹਦਾ ਕੋਈ ਇਮੀਗ੍ਰੇਸ਼ਨ ਕੌਨਸੀਕੁਐਂਸਿਸ ਨਹੀਂ ਆ, ਉੱਤੇ ਕੋਈ ਡੈਪੂਟੇਸ਼ਨ ਨਹੀਂ ਲੱਗਦੀ, ਕਿਉਂਕਿ ਟਾਈਟਲ 42 ਇਮੀਗ੍ਰੇਸ਼ਨ ਦਾ ਕਾਨੂੰਨ ਨਹੀਂ। ਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਇਮੀਗ੍ਰੇਸ਼ਨ ਦੇ ਕੌਨਸੀਕੁਐਂਸਿਸ ਨਹੀਂ ਹੁੰਦੇ। ਪਰ ਜਿਹੜਾ ਟਾਈਟਲ 42 ਹੈਗਾ ਉਹ ਕਿਉਂਕਿ ਇਮੀਗ੍ਰੇਸ਼ਨ ਦਾ ਨਹੀਂ ਹੈਗਾ, ਉਹ ਬੰਦੇ ਦੁਬਾਰਾ ਫੇਰ ਆਉਣ ਦੀ ਕੋਸ਼ਿਸ਼ ਕਰ ਸਕਦੇ। ਜਿਹੜਾ ਟਾਈਟਲ 8 ਆ ਉਹ ਇਮੀਗ੍ਰੇਸ਼ਨ ਦਾ ਸੈਕਸ਼ਨ ਆ, ਤੇ ਉਹਦੇ ਅੰਡਰ ਜੇ ਕੋਈ ਬੰਦਾ ਡਿਪੋਰਟ ਹੁੰਦਾ ਤਾਂ ਉੱਤੇ 5 ਸਾਲ ਜਾਂ 10 ਸਾਲ ਦਾ ਜਿਹੜਾ ਬੈਨ ਹੈਗਾ ਉਹ ਲੱਗ ਸਕਦਾ। ਸੋ ਜਿਹੜਾ ਅਮਰੀਕਾ ਅਸਾਈਲਮ ਲਾਅ ਆ ਉਹ ਹੱਕ ਦਿੰਦਾ ਵੀ ਜਿਹੜਾ ਵੀ ਬੰਦਾ ਇੱਥੇ ਅਮਰੀਕਾ 'ਚ ਆ ਜਾਂਦਾ ਉਹ ਕਹਿੰਦਾ ਇੱਥੇ ਆ ਕੇ ਅਮਰੀਕਨ ਸੋਇਲ ਤੇ ਮੈਨੂੰ ਖਤਰਾ ਜੀ ਆਪਣੀ ਕੰਟਰੀ 'ਚ, ਤੇ ਮੈਨੂੰ ਜਿਹੜੇ ਅਸਾਈਲਮ ਦੇ 5 ਗਰਾਊਂਡ ਨੇ ਉਹਨਾਂ 'ਚ ਮੇਰਾ ਕੇਸ ਆਉਂਦਾ ਤੇ ਮੈਂ ਜੇ ਵਾਪਸ ਗਿਆ ਮੈਨੂੰ ਖਤਰਾ, ਪਹਿਲਾਂ ਵੀ ਮੈਨੂੰ ਜਿਹੜੀ ਕੁੱਟਮਾਰ ਪਰਸੀਕਿਊਸ਼ਨ ਹੋਈ ਹੈ ਤੇ ਵਾਪਸ ਗਿਆ ਫਿਰ ਵੀ ਮੇਰੀ ਜਾਨ ਨੂੰ ਖਤਰਾ ਮੈਨੂੰ ਹੋਏਗੀ, ਤਾਂ ਉਹ ਅਸਾਈਲਮ ਲਈ ਅਪਲਾਈ ਕਰ ਸਕਦਾ। ਜਾਂ ਅਸਾਈਲਮ ਦੇਣਾ ਜਾਂ ਨਾ ਦੇਣਾ ਉਹ ਬਾਅਦ ਦੀ ਗੱਲ ਆ, ਅਸਾਈਲਮ ਅਫਸਰ ਜਾਂ ਇਮੀਗ੍ਰੇਸ਼ਨ ਜੱਜ ਦੀ। ਸੋ ਜਿਹੜੀ ਇਹਨਾਂ ਨੇ ਹੁਣ ਐਕਸਪੀਡਾਈਟਡ ਰਿਮੂਵਲ ਪ੍ਰੋਸੀਡਿੰਗ ਬਣਾਈ ਆ ਬਾਈਡਨ ਐਡਮਿਨਿਸਟ੍ਰੇਸ਼ਨ ਨੇ, ਤੇ ਇਹਦੇ 'ਚ ਉਹ ਹੁਣ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ ਪਿੱਛੇ ਵੀ ਜਿਹੜੇ 15 ਸਟੈਪ ਨੇ ਉਹ ਇਹਨਾਂ ਨੇ ਕੀਤੇ ਨੇ, ਜਿਹਦੇ ਵਿੱਚ ਕਿ ਇੱਕ ਐਪ ਬਣਾਈ ਗਈ ਆ। ਉਹ ਐਪ ਦੇ ਵਿੱਚ ਤੁਸੀਂ ਰਜਿਸਟਰ ਕਰੋ,
ਫਿਰ ਤੁਸੀਂ ਇੱਥੇ ਆ ਸਕਦੇ ਹੋ, ਤੁਹਾਡੀ ਕ੍ਰੈਡੀਬਲ ਫੀਅਰ ਇੰਟਰਵਿਊ ਹੋਏਗੀ। ਜੇ ਤੁਸੀਂ ਪਾਸ ਕਰ ਗਏ ਤਾਂ ਫਿਰ ਤੁਹਾਨੂੰ ਛੱਡਿਆ ਜਾਏਗਾ, ਨਹੀਂ ਪਾਸ ਕੀਤੇ ਤਾਂ ਤੁਸੀਂ ਇਮੀਗ੍ਰੇਸ਼ਨ ਜੱਜ ਕੋਲ ਉਹਦੀ ਅਪੀਲ ਕਰ ਸਕਦੇ ਹੋ, ਤੇ ਜੇ ਉਹਨੇ ਵੀ ਫੇਲ ਕਰਤਾ ਫਿਰ ਤੁਹਾਨੂੰ ਡਿਪੋਰਟ ਕੀਤਾ ਜਾਏਗਾ। ਤੇ ਉਹ ਜਿਹੜੀ ਮਤਲਬ ਸਿਸਟਮ ਹੈ ਇਹਨੂੰ ਵੀ ਆਲਰੇਡੀ ਚੈਲੰਜ ਕੀਤਾ ਗਿਆ ਫਲੋਰੀਡਾ ਦੇ ਵਿੱਚ, ਤੇ ਉਹ ਕੋਰਟ ਨੇ ਸਟੇ ਦੇਤੀ ਹੈ 14 ਦਿਨ ਦੀ। ਤੇ ਇਸ ਤੋਂ ਇਲਾਵਾ ਜਿਹੜਾ ਅਡਲਟ ਹੈਗੇ ਆ ਉਹ ਬੱਚਿਆਂ ਨਾਲੋਂ ਥੋੜ੍ਹਾ ਜਿਹਾ ਵੱਖਰਾ ਇਹਦੇ 'ਚ ਜਿਹੜੀ ਪ੍ਰੋਸੈਸਿੰਗ ਹੋਏਗੀ ਉਹਨਾਂ ਦੀ। ਤੇ ਜਿਹੜੇ ਅਡਲਟਸ ਬੱਚਿਆਂ ਤੋਂ ਬਿਨਾਂ ਟਰੈਵਲ ਕਰ ਰਹੇ ਨੇ ਉਹਨਾਂ 'ਤੇ ਜ਼ਿਆਦਾ ਸਖਤੀ ਆ, ਤੇ ਉਹਨਾਂ 'ਤੇ ਇਹ ਜਿਹੜੇ ਕਾਨੂੰਨ ਸਖਤੀ ਨਾਲ ਲਾਗੂ ਹੋਣਗੇ। ਲੇਕਿਨ ਜਿਹੜੇ ਬੱਚਿਆਂ ਦੇ ਨਾਲ ਨੇ ਜਾਂ ਛੋਟੇ ਬੱਚੇ ਨੇ ਉਹਨਾਂ 'ਤੇ ਇਹ ਜਿਹੜੇ ਕਾਨੂੰਨ ਹੈਗੇ ਆ ਉਹ ਲਾਗੂ ਜਿਹੜੇ ਆ ਉਹ ਉਸ ਹਿਸਾਬ ਨਾਲ ਨਹੀਂ ਹੋਣਗੇ। ਉਹਨਾਂ ਨੂੰ ਥੋੜ੍ਹੀ ਜਿਹੀ ਨਰਮੀ ਦਿਖਾਈ ਜਾਏਗੀ ਤਾਂ ਕਿ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਪੇਰੈਂਟਸ ਤੋਂ ਸੈਪਰੇਟ ਨਾ ਕੀਤਾ ਜਾਵੇ। ਤੇ ਹੁਣ ਜਿਹੜਾ ਹੈਗਾ ਉਹ ਤਕਰੀਬਨ ਇਹਨਾਂ ਨੇ ਇਹ ਬਣਾਇਆ ਵੀ 1000 ਬੰਦੇ ਨੂੰ ਜਿਹੜੀ ਅਪਾਇੰਟਮੈਂਟ ਇੱਥੇ ਐਂਟਰੀ ਮਿਲੇਗੀ ਰੋਜ਼ ਦੀ, ਜਿਹਦੇ ਉੱਤੇ ਕਿ ਮੈਂ ਤੁਹਾਨੂੰ ਦੱਸਿਆ ਵੀ ਫਲੋਰੀਡਾ ਦੀ ਕੋਰਟ ਨੇ ਜਿਹੜੀ ਉਹ ਸਟੇ ਲਾ ਦਿੱਤੀ ਆ। ਤੇ ਜਿਹੜੇ ਕਿਊਬਾ, ਹੇਟੀ, ਨਿਕਾਰਾਗੁਆ, ਵੈਨਜ਼ੂਏਲਾ ਵਗੈਰਾ ਦੇ ਮਾਈਗਰੈਂਟ ਜਿਵੇਂ ਦੱਸ ਕੇ ਹਟਿਆ, ਇਹ ਜੇ ਆਪਣੇ ਸੈਂਟਰ 'ਚ ਅਪਲਾਈ ਕਰਨਗੇ, ਇਹਨਾਂ ਨੂੰ ਸਪੋਂਸਰ ਕਰਨ ਵਾਲੇ ਬੰਦੇ ਹੋਣਗੇ ਤਾਂ ਇਹਨਾਂ ਨੂੰ ਹਿਊਮੈਨੀਟੇਰੀਅਨ ਪਰੋਲ 'ਤੇ ਇੱਥੇ ਜਿਹੜਾ ਹੈਗਾ ਉਹ ਫਲਾਈ ਵੀ ਕੀਤਾ ਜਾਏਗਾ। ਸੋ ਇਹ ਸੀ ਇੰਪੋਰਟੈਂਟ ਜਿਹੜੀ ਹੁਣ ਡਿਵੈਲਪਮੈਂਟ ਹੈਗੀ ਜੋ ਅੱਜ ਕੱਲ੍ਹ ਚੱਲ ਰਿਹਾ। ਅਸੀਂ ਦੇਖ ਰਹੇ ਹਾਂ ਲਾਅ ਸੂਟਾਂ ਵੱਲ, ਜਿਹੜੇ 2 ਕੇਸ ਫਾਈਲ ਹੋਏ ਨੇ ਉਹਨਾਂ ਦਾ ਕੀ ਸਿੱਟਾ ਨਿਕਲਣਾ, ਖਾਸ ਕਰਕੇ ਜਿਹੜਾ ACLU ਨੇ ਕੀਤਾ ਕੇਸ ਸੈਨ ਫਰਾਂਸਿਸਕੋ ਵਿੱਚ, ਉਹ 'ਤੇ ਕੀ ਸਟੇ ਮਿਲਦੀ ਆ। 3rd ਕੰਟਰੀ ਰੂਲ ਲਈ ਜਿਹੜਾ ਰੂਲ ਹੈ ਕਿ ਤੁਸੀਂ ਪਹਿਲਾਂ ਹੋਰ ਅਪਲਾਈ ਕਰੋ, ਇਹ ਰੂਲ ਉਹਨਾਂ ਬੰਦਿਆਂ 'ਤੇ ਅਪਲਾਈ ਹੁੰਦਾ ਜਿਹੜੇ ਐਪ ਦੇ ਰਾਹੀਂ ਨਹੀਂ ਆਉਂਦੇ। ਜਿਹੜੇ ਐਪ ਦੇ ਰਾਹੀਂ ਆਉਣਗੇ ਉਹਨਾਂ 'ਤੇ ਨਹੀਂ ਲਾਗੂ ਹੋਏਗਾ, ਜਿਹੜੇ ਐਪ ਤੋਂ ਬਿਨਾਂ ਆਉਂਦੇ ਸਿੱਧਾ ਹੀ ਬਿਨਾਂ ਐਪ ਤੋਂ, ਉਹਨਾਂ 'ਤੇ ਇਹ 3rd ਕੰਟਰੀ ਵਾਲਾ ਰੂਲ ਜਿਹੜਾ ਉਹ ਲਾਗੂ ਆ। ਤੇ ਕੋਰਟ ਇਹ 'ਤੇ ਕੀ ਕਰਦੀ ਆ ਇਹ ਹੁਣ ਜਿਹੜੀ ਆ ਉਹ ਦੇਖਣ ਵਾਲੀ ਗੱਲ ਆ, ਜਿਹਦੇ ਬਾਰੇ ਕਿ ਅਸੀਂ ਹੁਣ ਤੁਹਾਡੇ ਨਾਲ ਸਮੇਂ-ਸਮੇਂ 'ਤੇ ਉਹ ਗੱਲ ਜਿਹੜੀ ਹੈਗੀ ਆ ਉਹਨੂੰ ਸਾਂਝੀ ਕਰਦੇ ਰਹਾਂਗੇ। ਇਸ ਤੋਂ ਇਲਾਵਾ ਜਿਹੜੀਆਂ ਹੋਰ ਕੁਝ ਇੰਪੋਰਟੈਂਟ ਖਬਰਾਂ ਹੈਗੀਆਂ ਇਮੀਗ੍ਰੇਸ਼ਨ ਦੀਆਂ, ਉਹ ਇਹ ਹੈਗੀਆਂ ਕਿ ਸੈਨੇਟਰਸ ਨੇ, ਬਾਈਪਾਰਟੀਜ਼ਨ ਗਰੁੱਪ ਆਫ ਸੈਨੇਟਰਸ ਨੇ ਬਿੱਲ ਇੰਟਰੋਡਿਊਸ ਕੀਤਾ ਆ। ਤੇ ਉਹ ਇਹ ਕਹਿ ਰਹੇ ਆ ਕਿ ਜਿਹੜਾ ਹਰ ਇੱਕਦਮ ਲੋਕ ਆ ਰਹੇ ਨੇ ਟਾਈਟਲ 42 ਐਂਡ ਹੋਇਆ ਨੂੰ ਰੋਕਣ ਵਾਸਤੇ, ਉਹਦਾ ਹੁਣ ਹਸ਼ਰ ਦੇਖਦੇ ਆ ਕੀ ਹੁੰਦਾ। ਪਰ ਉਹਦੇ 'ਤੇ ਵੀ ਥੋੜ੍ਹੀ ਜਿਹੀ ਗੱਲਬਾਤ ਸੈਨੇਟ ਦੇ ਵਿੱਚ ਤੁਰੀ ਆ, ਖਾਸ ਕਰਕੇ ਰਿਪਬਲਿਕਨ ਸਾਈਡ ਤੋਂ ਜਿਹੜੇ ਸੈਂਟਰ ਨੇ ਉਹ ਕੁਝ ਕਹਿ ਰਹੇ ਆ ਕਿ ਕੁਝ ਨਾ ਕੁਝ ਸਾਨੂੰ ਕਰਨਾ ਚਾਹੀਦਾ। ਹੁਣ ਦੇਖਦੇ ਆ, ਅੱਗੇ ਤਾਂ ਕੁਝ ਹੋਇਆ ਨਹੀਂ ਤੇ ਇਹਦੇ 'ਚ ਹੁਣ ਕੀ ਹੋਏਗਾ। ਹੁਣ ਜਿਹੜਾ ਅਗਲੀ ਖਬਰ ਇਹ ਆ ਕਿ ਜਿਹੜਾ ਡਾਇਵਰਸਿਟੀ ਵੀਜ਼ਾ ਲੋਟਰੀ ਪ੍ਰੋਗਰਾਮ ਦੇ ਅੰਡਰ ਲੋਕਾਂ ਨੇ ਅਪਲਾਈ ਕੀਤਾ ਸੀ 2024 ਦੇ ਵਿੱਚ, ਉਹਦੇ ਵਿਨਰ ਜਿਹੜੇ ਅਨਾਊਂਸ ਹੋ ਗਏ ਆ। ਤੇ ਡਿਪਾਰਟਮੈਂਟ ਆਫ ਸਟੇਟ ਨੇ ਅਨਾਊਂਸ ਕੀਤਾ ਵੀ ਕਿਹੜੇ ਬੰਦਿਆਂ ਨੇ ਉਹ ਲੋਟਰੀ ਦੇ ਵਿੱਚ ਜਿਹੜਾ ਹੈਗਾ ਉਹ ਆਪਣਾ ਜਿਹੜਾ ਕੁਆਲੀਫਾਈ ਕੀਤਾ ਜਾਂ ਆਏ ਨੇ। ਤੇ ਉਹਨਾਂ ਨੂੰ ਚਾਹੀਦਾ ਕਿ ਉਹ DV ਐਂਟਰੈਂਟ ਸਟੇਟਸ ਚੈੱਕ ਜਿਹੜਾ ਹੈਗਾ ਉੱਥੇ ਜਾਣ ਤੇ ਉਹਦੇ ਵਿੱਚ ਆਪਣਾ ਨਾਮ ਲੱਭਣ, ਜੇ ਉਹਦੇ ਵਿੱਚ ਉਹਨਾਂ ਦਾ ਹੈਗਾ ਤੇ ਆਪਣਾ ਸਟੇਟਸ ਉਹਦੇ ਚੈੱਕ ਕਰਨ। ਉਹ ਹੈਗਾ ਇਲੈਕਟ੍ਰੋਨਿਕ ਡਾਇਵਰਸਿਟੀ ਵੀਜ਼ਾ ਪ੍ਰੋਗਰਾਮ, DV ਐਂਟਰੈਂਟ ਸਟੇਟਸ ਚੈੱਕ 2024 ਐਂਟਰੈਂਟ ਸਟੇਟਸ ਚੈੱਕ ਇਹਦਾ ਨਾਂ ਆ। ਤੇ ਇਹਦੇ ਵਿੱਚ ਆਪਣਾ ਉਹ ਜਿਹੜਾ ਸਟੇਟਸ ਹੈਗਾ ਉਹ ਚੈੱਕ ਕਰ ਸਕਦੇ ਆ। ਇੱਕ ਵਾਰੀ ਫੇਰ ਦੱਸਦਾ, DV ਐਂਟਰੈਂਟ ਸਟੇਟਸ ਚੈੱਕ। ਸੋ ਇਹ ਸੀਗੀਆਂ ਜੀ ਅੱਜ ਦੀਆਂ ਇੰਪੋਰਟੈਂਟ ਖਬਰਾਂ। ਤੇ ਹੁਣ ਟਾਈਮ ਹੋ ਗਿਆ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦਾ। ਤੇ ਹੁਣ ਮੈਂ ਜਿਹੜਾ ਹੈਗਾ ਉਹ ਤੁਹਾਡੇ ਸਵਾਲਾਂ ਦੇ ਜਵਾਬ ਲੱਗਿਆ ਜੀ ਦੇਣ। ਤੇ ਪਹਿਲਾ ਇਹ ਹੈਗਾ ਕਿ ਉਹ ਕਹਿੰਦੇ ਨੇ ਕਿ ਜਿਹੜੇ ਇੰਡੀਆ ਤੋਂ ਲੋਕ ਆਉਂਦੇ ਆ ਕੀ ਉਹ ਆ ਸਕਣਗੇ। ਮੈਂ ਤੁਹਾਨੂੰ ਦੱਸਿਆ ਜੀ ਕਿ ਜਿਹੜੇ ਆਹ 4 ਕੰਟਰੀਆਂ ਹੈਗੀਆਂ ਕਿਊਬਾ, ਹੇਟੀ, ਨਿਕਾਰਾਗੁਆ, ਵੈਨਜ਼ੂਏਲਾ ਵਗੈਰਾ, ਇਹਨਾਂ ਦੇ ਵਿੱਚ ਜਿਹੜੇ ਬੰਦੇ ਨਹੀਂ ਆਉਂਦੇ ਉਹ ਸਾਰੇ ਚਾਹੇ ਇੰਡੀਆ ਤੋਂ ਹੋਣ, ਉਹਨਾਂ ਨੂੰ ਇੱਕ ਐਪ ਹੈਗੀ ਆ ਉਹਦੇ 'ਤੇ ਅਪਲਾਈ ਕਰਨਾ ਪਏਗਾ ਤੇ ਉਹਦੇ ਵਿੱਚ ਐਂਟਰੀ ਮਿਲੇਗੀ। ਅਦਰਵਾਈਜ਼ ਜਿਹੜਾ 3rd ਕੰਟਰੀ ਰੂਲ ਆ ਉਹ ਲੱਗ ਸਕਦਾ। ਉੱਤੇ ਜੇ ਬੈਨ ਲੱਗਦਾ, ਜੇ ਕੋਰਟ ਸਟੇ ਕਰਦੀ ਆ ਤਾਂ ਫਿਰ ਇੱਕ ਵੱਖਰੀ ਸਿਚੁਏਸ਼ਨ ਹੋਏਗੀ। ਉਹਦੇ ਬਾਰੇ ਫਿਰ ਆਪਾਂ ਜਾਣਕਾਰੀ ਜਿਹੜੀ ਆ ਉਹ ਦੱਸਾਂਗੇ। ਅੰਡਰ ਏਜ ਵਾਲਿਆਂ ਲਈ ਜਿਹੜਾ ਸਵਾਲ ਹੈ ਕਿ ਜਿਹੜੇ ਅੰਡਰ ਏਜ ਹੋਣ ਉਹਨਾਂ ਵਾਸਤੇ ਥੋੜ੍ਹੀ ਜਿਹੀ ਨਰਮੀ ਆ, ਉਹ ਵੱਖਰਾ ਸਿਚੁਏਸ਼ਨ ਆ। ਜਿਹੜੇ ਬੱਚਿਆਂ ਨਾਲ ਆਉਂਦੇ ਆ ਉਹਨਾਂ ਵਾਸਤੇ ਵੀ ਨਰਮੀ ਆ, ਉਹਨਾਂ ਨੂੰ ਐਂਟਰੀ ਜਿਹੜੀ ਸੌਖੀ ਮਿਲਦੀ ਆ ਦੂਜਿਆਂ ਦੇ ਨਾਲ। ਅਗਲਾ ਸਵਾਲ ਹੈ ਜੀ ਕਿ ਮੈਂ ਵਰਕ ਪਰਮਿਟ ਅਪਲਾਈ ਕੀਤਾ ਸੀਗਾ, ਅਜੇ ਤੱਕ ਨਹੀਂ ਆਇਆ, ਕਿੰਨਾ ਟਾਈਮ ਲੱਗਿਆ? ਅੱਗੇ ਨਾਲੋਂ ਤਾਂ ਫਾਸਟ ਆ, ਪਰ ਸਟਿਲ ਮਤਲਬ ਕਈਆਂ ਦਾ ਵਰਕ ਪਰਮਿਟ ਤਾਂ ਮਹੀਨੇ 'ਚ 15 ਦਿਨ 'ਚ ਵੀ ਆ ਜਾਂਦਾ, ਕਈਆਂ ਨੂੰ 3-3 ਮਹੀਨੇ ਵੀ ਲੱਗ ਰਹੇ ਆ, ਡਿਪੈਂਡ ਕਰਦਾ ਇਮੀਗ੍ਰੇਸ਼ਨ ਦੇ। ਪਰ ਅੱਗੇ ਨਾਲੋਂ ਥੋੜ੍ਹੀ ਜਿਹੀ ਤੇਜ਼ੀ ਹੈਗੀ ਆ। ਇੱਕ ਸਵਾਲ ਹੈ ਜੀ ਕਿ ਮੇਰਾ ਕਜ਼ਨ 9 ਨੂੰ ਬਾਰਡਰ ਕਰਕੇ ਇੱਥੇ ਕ੍ਰੋਸ ਆਇਆ ਪਰ ਉਹਨੂੰ ਰਿਲੀਜ਼ ਨਹੀਂ ਕਰ ਰਹੇ। ਇਹ ਡਿਪੈਂਡ ਕਰਦਾ ਜੀ ਕਿਹੜੇ ਸੈਂਟਰ 'ਚ ਆ। ਕੋਈ ਕਈ ਜਿਹੜੇ ਹੈਗੇ ਆ ਸੈਂਟਰ ਇੱਦਾਂ ਦੇ ਹੈਗੇ ਆ ਜਿਨ੍ਹਾਂ ਵਿੱਚ ਕਿ ਇਹ ਰਿਲੀਜ਼ ਨਹੀਂ ਕਰਦੇ ਅਤੇ ਉਹਦੇ ਵਿੱਚ ਪ੍ਰੋਬਲਮ ਆਉਂਦੀ ਆ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜਿਹੜਾ ਸਾਡਾ ਇੱਕ ਲੜਕਾ ਸੀ ਉਹ ਇੱਥੇ ਅਮਰੀਕਾ 'ਚ ਆਇਆ, ਉਹ ਇੱਥੋਂ ਜੋ ਟਰੰਪ ਪ੍ਰੈਜ਼ੀਡੈਂਟ ਸੀਗਾ ਡਿਪੋਰਟ ਹੋ ਕੇ ਚਲਾ ਗਿਆ ਵਾਪਸ। ਉਸ ਤੋਂ ਬਾਅਦ
ਉਹ ਫੇਰ ਆ ਗਿਆ, ਉਹਨੂੰ ਆਪਣੀ ਕੰਟਰੀ 'ਚ ਖਤਰਾ ਤੇ ਉਹਨੂੰ ਰਿਲੀਜ਼ ਨਹੀਂ ਕਰ ਰਹੇ। ਦੇਖੋ ਜਦੋਂ ਇੱਕ ਵਾਰ ਡੈਪੂਟੇਸ਼ਨ ਲੱਗ ਜਾਂਦੀ ਉਹ 5 ਸਾਲ ਜਾਂ 10 ਸਾਲ ਦੀ ਹੁੰਦੀ ਆ। ਜੇ ਤੁਸੀਂ ਦੁਬਾਰਾ ਆਉਂਦੇ ਹੋ ਤਾਂ ਉਹ ਤੁਹਾਡੇ ਤੇ ਉਹੀ ਆਰਡਰ ਰੀਇਨਸਟੇਟ ਕਰ ਦਿੰਦੇ ਆ। ਉਹ ਸੁਪਰੀਮ ਕੋਰਟ ਦਾ ਸੈਟਲ ਡਿਸੀਜਨ ਆ, ਲਾਅ ਹੈ ਕਿ ਉਹਨਾਂ ਨੂੰ ਰਿਲੀਜ਼ ਕਰਨ ਦੀ ਇਮੀਗ੍ਰੇਸ਼ਨ ਨੂੰ ਕੋਈ ਵੀ ਜਿਹੜੀ ਆ ਉਹ ਲੋੜ ਨਹੀਂ। ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਜੇ ਚਾਹੇ ਨਹੀਂ ਰਿਲੀਜ਼ ਕਰ ਸਕਦਾ, ਉਹ ਨਹੀਂ ਰਿਲੀਜ਼ ਕਰਦੇ, ਉਹਨਾਂ ਨੂੰ ਅੰਦਰ ਹੀ ਕੇਸ ਲੜਨਾ ਪੈਂਦਾ ਇਮੀਗ੍ਰੇਸ਼ਨ ਜੱਜ ਕੋਲ। ਬੌਂਡ ਹੋਣ ਦੇ ਚਾਂਸ ਜਿਹੜੇ ਆ ਉਹ ਬਹੁਤ ਜਿਹੜੇ ਆ ਉਹ ਘੱਟ ਇਹਨਾਂ ਕੇਸਾਂ ਦੇ ਵਿੱਚ ਹੈਗੇ ਆ। ਤੇ ਕਿਉਂਕਿ ਜਿਹੜਾ ਮੇਨ ਇਹ ਆ ਕਿ ਇਹਦੇ ਵਿੱਚ ਜਿਹੜਾ ਲਾ ਹੀ ਇਹ ਕਹਿੰਦਾ ਕਿ ਤੁਸੀਂ ਜਦੋਂ ਆਓ ਤੇ ਤੁਹਾਡੇ ਖਿਲਾਫ ਜੇ ਪ੍ਰਾਇਰ ਡੈਪੂਟੇਸ਼ਨ ਲੱਗੀ ਆ ਉਹੀ ਆਰਡਰ ਦੁਬਾਰਾ ਰੀਇਨਸਟੇਟ ਹੋ ਸਕਦਾ ਤੇ ਉਹਦੇ ਤਹਿਤ ਹੀ ਤੁਹਾਨੂੰ ਡਿਪੋਰਟ ਕੀਤਾ ਜਾ ਸਕਦਾ, ਜਾਂ ਜੇ ਨਾ ਵੀ ਡਿਪੋਰਟ ਕਰਨ ਤਾਂ ਅੰਦਰੋਂ ਹੀ ਕੇਸ ਲੜਨਾ ਪੈਣਾ। ਬਾਹਰ ਬੌਂਡ ਜਾਂ ਪਰੋਲ ਮਿਲਣ ਦੀ ਉਮੀਦ ਬਹੁਤ ਘੱਟ ਆ। ਸੋ ਜਿਹੜੇ ਬੰਦੇ ਬਾਰਡਰ ਕ੍ਰਾਸ ਕਰਕੇ ਆਏ, ਇੱਥੋਂ ਡਿਪੋਰਟ ਹੋ ਗਏ, ਫਿਰ ਦੁਬਾਰਾ ਆ ਰਹੇ ਆ, ਉਹਨਾਂ ਤੇ ਜਿਹੜਾ ਬੌਂਡ ਹੋਣ ਦੇ ਚਾਂਸ ਕਾਫੀ ਜ਼ਿਆਦਾ ਜਿਹੜੇ ਆ ਉਹ ਘਟ ਜਾਂਦੇ ਆ। ਹੁਣ ਸਵਾਲ ਹੈ ਜੀ ਕਿ ਸਾਨੂੰ ਦੱਸੋ ਵੀ ਉਹ ਐਪ ਦਾ ਨਾਂ ਕੀ ਆ ਕਿ ਜਿਹਦੇ ਉੱਤੇ ਜਿਹੜਾ ਹੈਗਾ ਉਹ ਇਹ ਕਹਿ ਰਹੇ ਆ ਕਿ ਸਾਨੂੰ ਰਜਿਸਟਰ ਜਿਹੜਾ ਹੈਗਾ ਉਹ ਕਰਨਾ ਪਏਗਾ। ਮੈਂ ਦੱਸ ਕੇ ਹਟਿਆ ਜੀ ਕਿ ਜਿਹੜੀ ਐਪ ਹੈਗੀ ਆ ਇਹ ਤੁਹਾਡੇ ਕੋਲ ਜੇ ਸਮਾਰਟਫੋਨ ਹੈਗਾ ਤੁਸੀਂ ਉਹ ਫੋਨ ਤੇ ਡਾਊਨਲੋਡ ਕਰ ਸਕਦੇ ਹੋ। ਤੇ ਐਪ ਜਿਹੜੀ ਆ ਉਹਦਾ ਨਾਂ ਹੈਗਾ CBP1, C ਲਾਈਕ ਚਾਰਲੀ, B ਲਾਈਕ ਬॉय, P ਲਾਈਕ ਪੀਟਰ 1। ਇਹਦੇ ਤੇ ਤੁਸੀਂ ਟਰਾਈ ਕਰਕੇ ਉਹ ਦੇਖ ਲਓ। ਅਗਲਾ ਸਵਾਲ ਹੈ ਜੀ ਕਿ ਸਾਡਾ ਜਿਹੜਾ F3 ਕੈਟਾਗਰੀ ਦਾ ਕੇਸ 2010 'ਚ ਅਪਲਾਈ ਹੋਇਆ, ਉਹਨੂੰ ਕਿੰਨਾ ਟਾਈਮ ਲੱਗੂਗਾ? 2008 ਚੱਲ ਰਿਹਾ ਜੀ ਅਜੇ। ਮੈਂ ਤੁਹਾਨੂੰ ਦੱਸਿਆ ਲਾਸਟ ਟਾਈਮ ਕਿ ਕੀ ਜਿਹੜਾ ਹੈਗਾ ਉਹ ਜਿਹੜਾ ਵੀਜ਼ਾ ਬੁਲਟਨ 'ਤੇ ਚੱਲ ਰਿਹਾ ਟਾਈਮ ਲੱਗੂਗਾ, ਤੁਹਾਨੂੰ ਵੇਟ ਕਰਨੀ ਪੈਣੀ ਹੈ। ਹੁਣ ਇਹ ਆ ਕਿ ਇਹ ਕਹਿ ਰਹੇ ਆ ਕਿ ਸਾਡੇ ਜਿਹੜੇ ਬੱਚੇ ਨੇ ਉਹ 18 ਸਾਲ 21 ਸਾਲ ਤੋਂ ਉੱਪਰ ਹੋ ਰਹੇ ਨੇ। 18 ਸਾਲ ਤਾਂ ਠੀਕ ਹੈ, 21 ਤੋਂ ਉੱਪਰ ਹੋ ਜਾਂਦੇ ਆ ਤਾਂ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਜਿਹੜਾ ਹੈਗਾ ਉਹ ਇਹਨੂੰ ਕਵਰ ਕਰ ਸਕਦਾ ਤੇ ਉਹਦੇ ਅੰਡਰ ਤੁਸੀਂ ਜਿਹੜਾ ਹੈਗਾ ਉਹ ਅਪਲਾਈ ਕਰ ਸਕਦੇ ਹੋ। ਉਹਦੀ ਇੱਕ ਕੈਲਕੂਲੇਸ਼ਨ ਹੁੰਦੀ ਆ ਤੇ ਉਹ 'ਚ ਬੇਸਿਕਲੀ ਇਹ ਆ ਕਿ ਤੁਹਾਨੂੰ ਇਹ ਦੇਖਣਾ ਪੈਂਦਾ ਜਦੋਂ ਕੇਸ ਅਪਲਾਈ ਹੋਇਆ ਉਦੋਂ ਕਿੰਨੀ ਉਮਰ ਸੀ ਜਿਹੜੀ ਬੱਚੇ ਦੀ, ਫਿਰ ਜਦੋਂ ਅਪਰੂਵ ਹੋਇਆ ਉਦੋਂ ਕਿੰਨੀ ਆ, ਤੇ ਹੁਣ ਜਦੋਂ ਆ ਗਈ ਪ੍ਰਾਇਓਰਟੀ ਡੇਟ ਉਦੋਂ ਕਿੰਨੀ ਆ। ਉਹ ਟਾਈਮ ਉਹ 'ਚੋਂ ਕੱਢਿਆ ਜਾਂਦਾ। ਜੇ 21 ਸਾਲ ਤੋਂ ਘੱਟ ਰਿਹਾ ਜਦੋਂ ਤੁਸੀਂ ਅਪਲਾਈ ਜਿਹੜਾ ਉਹ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ F3 ਤੇ F4 ਕੈਟਾਗਰੀਆਂ ਨੂੰ ਫਾਸਟ ਹੋਣ ਨੂੰ ਕਿੰਨਾ ਕੁ ਚਾਂਸ ਆ? ਅਜੇ ਕੋਈ ਚਾਂਸ ਖਾਸ ਲੱਗ ਨਹੀਂ ਰਿਹਾ ਜੀ, ਪਰ ਅੱਗੇ ਨਾਲੋਂ ਤਾਂ ਥੋੜ੍ਹਾ ਫਰਕ ਹੈਗਾ, ਪਰ ਕੋਈ ਇੰਨਾ ਚਾਂਸ ਜ਼ਿਆਦਾ ਜਿਹੜਾ ਉਹ ਨਹੀਂ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ ਸਟੱਡੀ ਵੀਜ਼ੇ ਵਾਸਤੇ ਇੰਟਰਵਿਊਜ਼ ਕਦੋਂ ਮਿਲਣਗੀਆਂ? ਸਲੋਟ ਬੰਦ ਕੀਤੇ ਹੋਏ ਆ, ਉਹਨੂੰ ਵੀ ਟਾਈਮ ਲੱਗੂਗਾ ਜੀ। ਅੱਗੇ ਵੀਜ਼ੇ ਇਸ਼ੂ ਹੋਏ ਨੇ ਪਰ ਹੁਣ ਜਿਹੜਾ ਹੈਗਾ ਉਹ ਥੋੜ੍ਹੀ ਜਿਹੀ ਔਖੀ ਜਿਹੜੀ ਇੰਟਰਵਿਊ ਮਿਲਦੀ ਆ, ਸਲੋਟ ਬੰਦ ਆ ਤੇ ਇਸ ਕਰਕੇ ਉਹਨੂੰ ਟਾਈਮ ਲੱਗੂਗਾ। ਅਗਲਾ ਸਵਾਲ ਹੈ ਜੀ ਕਿ ਮੇਰਾ ਵੀਜ਼ਾ 2018 ਨਵੰਬਰ 'ਚ ਲੱਗਿਆ ਸੀ, ਕੀ ਮੈਂ ਅਮਰੀਕਾ ਆ ਸਕਦਾ? ਹਾਂਜੀ, ਜੇ ਤੁਹਾਡੇ ਕੋਲ ਵਿਜ਼ਟਰ ਵੀਜ਼ਾ ਹੈਗਾ 10 ਸਾਲ ਦਾ ਤੇ ਤੁਸੀਂ ਪਿਛਲੀ ਵਾਰੀ ਟਾਈਮ ਤੇ ਵਾਪਸ ਚਲੇ ਗਏ ਸੀ, ਤੁਸੀਂ ਬਿਲਕੁਲ ਆ ਸਕਦੇ ਹੋ, ਉਹ 'ਚ ਕੋਈ ਪ੍ਰੋਬਲਮ ਨਹੀਂ ਹੈ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ 18 ਵਿੱਚ ਮੈਂ USA ਤੋਂ ਡਿਪੋਰਟ ਹੋ ਕੇ ਗਿਆ ਸੀ, ਹੁਣ ਦੁਬਾਰਾ ਆ ਸਕਦਾ? ਇਹਦੇ ਬਾਰੇ ਆਪਾਂ ਜਿਹੜਾ ਹੈਗਾ ਉਹ ਤੁਹਾਨੂੰ ਦੱਸ ਕੇ ਹਟੇ ਆ ਕਿ 2018 ਦੇ ਵਿੱਚ ਜੇ ਤੁਸੀਂ ਡਿਪੋਰਟ ਹੋ ਕੇ ਗਏ, ਤੁਹਾਡੇ ਤੇ ਜਿਹੜੀ ਡੈਪੂਟੇਸ਼ਨ ਉਹ 5 ਜਾਂ 10 ਸਾਲ ਦੀ ਹੁੰਦੀ ਆ। ਜੇ ਵਾਪਸ ਆਓਗੇ ਤਾਂ ਉਹੀ ਡੈਪੂਟੇਸ਼ਨ ਤੁਹਾਡੀ ਜਿਹੜੀ ਆ ਉਹ ਸਟੇ ਹੋ ਸਕਦੀ ਆ ਤੇ ਤੁਹਾਨੂੰ ਜਿਹੜਾ ਉਹਦਾ ਫਿਰ ਦੁਬਾਰਾ ਅੰਦਰ ਰੱਖਿਆ ਜਾ ਸਕਦਾ ਜਾਂ ਡਿਪੋਰਟ ਕੀਤਾ ਜਾ ਸਕਦਾ। ਤੁਹਾਨੂੰ ਬੌਂਡ ਨਹੀਂ ਹੋਏਗਾ ਤੇ ਉਹ ਤੁਹਾਨੂੰ ਜਿਹੜਾ ਹੈਗਾ ਉਹ ਅੰਦਰ ਹੀ ਕੇਸ ਲੜਨਾ ਪਏਗਾ। ਇਹੋ ਜਿਹੇ ਬੰਦਿਆਂ ਨੂੰ ਬੌਂਡ ਹੋਣ ਦੇ ਬਾਹਰ ਨਿਕਲਣ ਦੇ ਚਾਂਸ ਜਿਹੜੇ ਆ ਉਹ ਬਹੁਤ ਜ਼ਿਆਦਾ ਘੱਟ ਆ। ਅਗਲਾ ਸਵਾਲ ਹੈ ਜੀ ਕਿ ਜਿਹੜੀਆਂ ਸਿਟੀਜ਼ਨਸ਼ਿਪ ਦੀਆਂ ਡੇਟਾ ਨੇ ਉਹਨਾਂ ਬਾਰੇ ਕੋਈ ਸਾਨੂੰ ਜ਼ਰੂਰ ਅਪਡੇਟ ਜਿਹੜੀ ਆ ਉਹ ਤੁਸੀਂ ਦਿਓ। ਹਾਂਜੀ, ਜਿਹੜੀਆਂ ਡੇਟਾ ਸਿਟੀਜ਼ਨਸ਼ਿਪ ਦੀਆਂ ਹੈਗੀਆਂ ਉਹਦੇ 'ਚ ਬੇਸਿਕਲੀ ਇੰਟਰਵਿਊਆਂ ਹੋ ਰਹੀਆਂ ਨੇ। 2 ਕੇਸ ਸਾਡੇ ਇਸ ਵੀਕ ਪਾਸ ਹੋਏ ਨੇ ਜਿਨ੍ਹਾਂ ਦੇ ਵਿੱਚ ਕਿ ਇੱਕ ਕੱਲ੍ਹ ਸੀ ਇੱਕ ਅੱਜ ਸੀ, ਜਿਨ੍ਹਾਂ ਵਿੱਚ ਕਿ ਉਹਨਾਂ ਨੂੰ ਇੰਗਲਿਸ਼ ਬਿਲਕੁਲ ਨਹੀਂ ਸੀ ਆਉਂਦੀ। ਡਾਕਟਰ ਨੇ ਲਿਖ ਕੇ ਦਿੱਤਾ ਉਹਨਾਂ ਨੂੰ ਕਿ ਜੀ N648 ਫਾਰਮ ਭਰ ਕੇ ਉਹ ਪਾਸ ਹੋਏ ਆ, ਉਹ ਸਿਟੀਜ਼ਨ ਬਣ ਗਏ। ਸੋ ਮੈਂ ਤੁਹਾਨੂੰ ਹਮੇਸ਼ਾ ਦੱਸਦਾ, ਅੱਗੇ ਵੀ ਦੱਸਦਾ ਰਿਹਾ ਕਿ ਜਿਹੜੇ ਬੰਦੇ ਇੱਥੇ ਆਉਂਦੇ ਆ ਅਮਰੀਕਾ ਦੇ ਵਿੱਚ ਤੇ ਉਹਨੂੰ ਇੰਗਲਿਸ਼ ਵਗੈਰਾ ਨਹੀਂ ਆਉਂਦੀ ਤੇ ਉਹਨਾਂ ਦਾ ਜਿਹੜਾ ਡਾਕਟਰ ਹੈ ਜੇ N648 ਫਾਰਮ ਭਰ ਕੇ ਦੇਵੇ ਤਾਂ ਉਹਨਾਂ ਨੂੰ ਉਹ ਹੁਣ ਟੈਸਟ ਵਿੱਚੋਂ ਈਜ਼ੀਲੀ ਪਾਸ ਕਰ ਦਿੰਦੇ ਅੱਗੇ ਨਾਲੋਂ। ਉਹ ਸਾਡੇ ਤਕਰੀਬਨ ਹਫ਼ਤੇ 10 ਦਿਨ ਬਾਅਦ ਕੇਸ ਪਾਸ ਹੁੰਦੇ ਹੀ ਰਹਿੰਦੇ ਆ। 2 ਕੇਸ ਹੁਣ ਹੋਏ ਆ, ਉਹਦੇ ਬਾਰੇ ਜਿਹੜਾ ਹੈਗਾ ਉਹ ਤੁਹਾਨੂੰ ਮੈਂ ਜਾਣਕਾਰੀ ਦਿੱਤੀ ਆ। ਅਗਲਾ ਸਵਾਲ ਹੈ ਜੀ ਕਿ ਸੈਲਮ ਦੇ ਕੇਸ ਪਾਸ ਹੁੰਦੇ ਆ? ਬਿਲਕੁਲ ਹੁੰਦੇ ਆ ਜੀ। ਸਾਡੇ ਆ 2 ਕੇਸ ਹੋਰ ਪਾਸ ਹੋਏ ਆ ਇਸ ਪਿਛਲੇ 5-4 ਦਿਨ ਦੇ ਵਿੱਚ। ਸੋ ਇਸ ਕਰਕੇ ਜਿਨ੍ਹਾਂ ਦੇ ਵੀ ਪਾਸ ਹੋਏ ਆ ਉਹਨਾਂ ਨੂੰ ਬਹੁਤ ਬਹੁਤ ਵਧਾਈ। ਤੇ ਉਹ ਕੇਸ ਪਾਸ ਹੋ ਰਿਹਾ, ਪਰ ਜਿਹੜਾ ਕੇਸ ਆ ਉਹ ਸੈਲਮ ਦੇ 5 ਗਰਾਊਂਡ ਦੇ ਵਿੱਚ ਹੋਣਾ ਚਾਹੀਦਾ। ਇੱਕ ਪਾਸਟ ਪਰਸੀਕਿਊਸ਼ਨ ਜਿਹੜੀ ਫਿਊਚਰ ਪਰਸੀਕਿਊਸ਼ਨ ਆ ਉਹਦੇ ਬਾਰੇ ਵੀ ਖਿਆਲ ਰੱਖਣਾ ਪੈਂਦਾ ਵੀ ਉਹ ਹੋਵੇ। ਅਗਲਾ ਸਵਾਲ ਹੈ ਜੀ ਕਿ ਕੰਡੀਸ਼ਨ ਰਿਮੂਵਲ ਲਈ
ਮੈਂ 2 ਸਾਲ ਦਾ ਵਿਆਹ ਕਰਾਇਆ ਸੀ, ਉਸ ਤੋਂ ਬਾਅਦ ਕੰਡੀਸ਼ਨ ਰਿਮੂਵਲ ਲਈ ਅਪਲਾਈ ਕੀਤਾ ਤੇ ਉਹ ਅਪਲਾਈ ਕੀਤੇ ਨੂੰ 1.5 ਸਾਲ ਹੋ ਗਿਆ, ਇੰਟਰਵਿਊ ਨਹੀਂ ਆਈ। ਇਹ ਬਿਲਕੁਲ ਠੀਕ ਹੈ ਜੀ। ਅੱਜ ਕੱਲ੍ਹ ਜਿਹੜੀਆਂ ਇੰਟਰਵਿਊ ਹੈਗੀਆਂ ਉਹਨੂੰ ਬਹੁਤ ਟਾਈਮ ਲੱਗ ਰਿਹਾ। ਸੋ ਕੰਡੀਸ਼ਨ ਰਿਮੂਵਲ ਦੇ ਜਿਹੜੇ ਕੇਸ ਨੇ ਉਹਨਾਂ 'ਤੇ ਡਿਲੇ ਕਾਫੀ ਜ਼ਿਆਦਾ ਹੈਗੀ ਆ ਅਤੇ ਇਹਨੂੰ 2 ਤੋਂ 2.5 ਸਾਲ ਤਕਰੀਬਨ ਇੰਟਰਵਿਊ ਲਈ ਲੱਗ ਰਹੇ ਨੇ। ਆਖਰੀ ਸਵਾਲ ਆਪਣਾ ਇਹ ਹੈ ਜੀ ਕਿ ਮੈਂ ਗ੍ਰੀਨ ਕਾਰਡ ਹੋਲਡਰ ਹਾਂ, ਆਪਣੇ ਮੈਂ ਵਿਆਹ ਕਰਾ ਕੇ ਆਇਆ ਇੰਡੀਆ, ਅਤੇ ਮੈਨੂੰ ਕਿੰਨਾ ਟਾਈਮ ਲੱਗੂਗਾ। ਗ੍ਰੀਨ ਕਾਰਡ ਹੋਲਡਰ ਨੂੰ ਵਿਆਹ ਕਰਕੇ ਟੋਟਲ 2.5 ਤੋਂ 3 ਸਾਲ ਲੱਗ ਰਹੇ ਆ। ਪਹਿਲਾਂ ਇੱਥੇ ਅਪਰੂਵਲ ਨੂੰ ਟਾਈਮ ਲੱਗਦਾ, ਫਿਰ ਅੱਗੇ ਵੀ ਇੰਟਰਵਿਊ ਨੂੰ ਲੱਗਦਾ। ਇੰਨਾ ਕੁ ਟਾਈਮ ਜਿਹੜਾ ਹੈਗਾ ਉਹ ਤੁਸੀਂ ਲੈ ਕੇ ਚੱਲੋ। ਸੋ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ। ਆਸ ਹੈ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ। ਇਸੇ ਤਰ੍ਹਾਂ ਫੇਰ ਹੀ ਮਿਲਾਂਗੇ ਅਗਲੇ ਹਫ਼ਤੇ। ਸਤਿ ਸ਼੍ਰੀ ਅਕਾਲ ਜੀ।